ਵਾਹਿਗੁਰੂ ਜੀ। श्री वाहिगुरु जी। सतनाम श्री वाहिगुरु जी। तन तन धन जन आया, जिस प्रसाद सब जगत तराया, जन आवन काहे है सुहाओ। जन कह संग जित आवे नाओ, आप मुक्त मुक्त करे संसार। नानक तिस जन को सदा नमस्कार। नानक तिस जन को सदा नमस्कार। एक जोत लाही ने बाबे अतर सिंह कार्याउना। एक जोत लाही ने बाबे कर्म सिंह कार्याउना। एक जोत लाही ने बाबे कर्म सिंह कार्याउना। एक जोत लाही ने बाबे कर्म सिंह कार्याउना। जोत लाही ने बाबे कर्म सिंह कार्याउना। एक जोत लाही ने बाबे कर्म सिंह कार्याउना। एक जोत लाई ने जी, एक जोत लाई ने माता भोली दे घर आउना। एक जोत लाई ने माता भोली दे घर आउना। एक जोत लाई ने माता भोली दे घर आउना। एक जोत लाई ने माता भोली दे घर आउना। जोत लाही ने माता भोली दे घर आउना। एक जोत लाही ने माता भोली दे घर आउना। ओ बाबे कर्म सिंह घर आउना, माता भोली दे घर आउना। बाबे कर्म सिंह घर आउना, माता भोली दे घर आउना। बाबे कर्म सिंह घर आउना, माता भोली दे घर आउना। बाबे कर्म सिंह घर आउना, माता भोली दे घर आउना। कर्म सिंह घर आउना, माता भोली दे घर आउना। बाबे कर्म सिंह घर आउना, माता भोली दे घर आउना। एक जोत लाही ने बाबे कर्म सिंह घर आउना। जोत लाही ने माता भोली दे घर आउना। लाही ने बाबे कर्म सिंह घर आउना। जोत लाही ने माता भोली दे घर आउना। एक जोत लाही ने कर्म सिंह घर आउना। एक जोत लाही ने माता भोली दे घर आउना। हाजी संत सहाई जी के संसारण हार। नानक राम प्यार। परम सत्कार योग गुरां की साजी और नवाजी हुई साध संगत जी, बड़े लंबे समय तो सचखंड दरबार दीयां हाजरियां भरन वास्ते ब्रह्म ज्ञानी रब्बी जोत श्रीमान संत बाबा अतर सिंह जी महाराज
ਉਹਨਾਂ ਦਾ ਨਾਨਕਾ ਨਗਰ। ਪਿਛਲੀ ਵਾਰ ਵੀ ਮੈਂ ਅਰਜ਼ ਕਰਕੇ ਗਿਆ ਸੀ। ਚਲੋ ਅੱਡੋ ਅੱਡੀ ਹਰ ਇੱਕ ਦੀ ਭਾਵਨਾ ਹੁੰਦੀ ਹੈ। ਤੁਹਾਡੇ ਵੱਡੇ ਭਾਗ ਹਨ, ਤੁਸੀਂ ਇਸ ਨਗਰ ਦੇ ਵਸਨੀਕ ਹੋ, ਤੇ ਸਾਡੇ ਵੱਡੇ ਭਾਗ ਹਨ, ਅਸੀਂ ਅੱਜ ਆਪਣੇ ਪਿਤਾ ਦੇ ਨਾਨਕੇ ਆਏ ਹੋਏ ਹਾਂ। ਬੋਲੋ ਸਤਿਨਾਮ ਵਾਹਿਗੁਰੂ। ਸਾਡੇ ਪਿਤਾ ਦੇ ਨਾਨਕੇ। ਪਿਤਾ ਕੌਣ? ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ। ਤੇ ਪਿਤਾ ਦੇ ਨਾਨਕੇ ਜਦੋਂ ਆ ਕੇ ਨਾ ਫਿਰ ਬੱਚਿਆਂ ਨੂੰ ਬਹੁਤੀ ਜ਼ਿਆਦਾ ਖੁਸ਼ੀ ਵੀ ਹੋ ਜਾਂਦੀ ਹੈ ਤੇ ਖੜਮਸਤੀ ਵੀ ਹੋ ਜਾਂਦੀ ਹੈ ਵੀ ਅੱਜ ਅਸੀਂ ਆਪਣੇ ਪਿਤਾ ਦੇ ਆਪਣੇ ਨਾਨਕੇ। ਤੁਸੀਂ ਜਾ ਕੇ ਦੇਖੋ ਕਿੰਨੀ ਖੁਸ਼ੀ ਹੁੰਦੀ ਹੈ, ਤੇ ਜਿਹੜਾ ਫਿਰ ਪਿਤਾ ਦੇ ਗਾਹਾਂ ਨਾਨਕੇ ਆਏ ਹੋਵੇ ਉਹਨਾਂ ਨੂੰ ਕਿੰਨੀ ਕੁ ਖੁਸ਼ੀ ਹੁੰਦੀ ਹੈ। ਤੁਹਾਡੇ ਬਹੁਤ ਵੱਡੇ ਭਾਗ ਨੇ ਭਾਈ। ਅਸੀਂ ਤਾਂ ਕੇਵਲ ਸਾਲ ਵਿੱਚ ਇੱਕ ਵਾਰੀ ਦਰਸ਼ਨ ਕਰਨ ਵਾਸਤੇ ਆਉਨੇ ਆ, ਉਹ ਵੀ ਜਿਹੜੇ ਸਾਡੇ ਮਲਾਹ ਨੇ ਉਹ ਬੜੇ ਤਕੜੇ ਨੇ। ਨਾਮ ਬੇੜੀ ਸੰਤ ਮਲਾਹ ਪਾਰ ਲੰਘਾਉਂਦੇ ਖਾ ਮਖਾ। ਸਾਡੇ ਮਲਾਹ ਨੇ ਸੰਤ ਬਾਬਾ ਹਰਦੀਪ ਸਿੰਘ ਜੀ ਮਹਾਰਾਜ, ਜਿਹੜੇ ਬਖਸ਼ਿਸ਼ ਕਰਦੇ ਨੇ, ਕਿਰਪਾ ਕਰਦੇ ਨੇ, ਤੇ ਫੋਨ ਤੇ ਹੁਕਮ ਕਰ ਦਿੰਦੇ ਨੇ, ਕੰਨ ਫੜ ਕੇ ਇਸ ਦਿਨ ਆਉਣਾ ਹੀ ਆਉਣਾ। ਸੀ ਕਿਹਾ ਜੀ ਜ਼ਰੂਰ ਆਵਾਂਗੇ। ਬੋਲੋ ਸਤਿਨਾਮ ਵਾਹਿਗੁਰੂ। ਇਸ ਘਰ ਦਾ ਤਾਂ ਹੁਕਮ ਜੇ ਨਾ ਉੱਪਰ ਦੀ ਕੋਈ ਐ ਚਿੜੀ ਜਿਵੇਂ ਲੰਘਦੀ ਸੁਣਾ ਦੇਵੇ ਵੀ ਅੱਜ ਉੱਥੇ ਸਮਾਗਮ ਚੱਲਦਾ, ਤੁਸੀਂ ਦਰਸ਼ਨ ਕਰਕੇ ਆਉਣੇ ਆ। ਬਹੁਤ ਵੱਡੀ ਜਿਹੜੀ ਕਮਾਈ ਹੈ ਬਾਬਾ ਜੀ ਦੀ। ਆਓ ਪਿਆਰ ਵਿੱਚ ਜੁੜੀਏ ਥੋੜਾ ਸਮਾਂ। ਬੜੇ ਪਿਆਰ ਵਿੱਚ ਆ ਕੇ ਬਾਬਾ ਜੀ ਸੁਣਾ ਰਹੇ ਸੀ, ਜਦੋਂ ਧੰਨ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਜੀ ਨਾਲ ਦੀ ਕਿੱਡੀ ਕੁ ਵੱਡੀ ਬੰਦਗੀ ਹੋਣੀ ਹੈ, ਕਿੱਡੀ ਵੱਡੀ ਕਮਾਈ ਹੋਣੀ ਹੈ ਉਹਨਾਂ ਮਹਾਂਪੁਰਖਾਂ ਦੀ। ਜਗਤ ਮਾਤਾ ਭੋਲੀ ਕੌਰ ਜੀ ਦੀ ਕਿੱਡੀ ਵੱਡੀ ਕਮਾਈ, ਜਿਨ੍ਹਾਂ ਦੀ ਪਾਵਨ ਪੁੱਤਰ ਕੁੱਖ ਤੋਂ ਤਿੰਨ ਧਨ ਜਨੇਂਦੀ ਮਾਓ ਆਏ ਸਫਲ ਸੀ। ਭਗਤ ਜੀ ਨੇ ਲਿਖਿਆ, ਕਹਿਣ ਲੱਗੇ ਤਿੰਨ ਪੁੱਤਰਾਂ ਨੂੰ ਭਗਤ ਹੀ, ਜਾਂ ਤਾਂ ਸੂਰਮਾ ਹੋਵੇ, ਜਾਂ ਦਾਨੀ ਹੋਵੇ, ਤੇ ਜਾਂ ਫਿਰ ਭਗਤ ਹੋਵੇ। ਸੂਰਮਾ ਵੀ ਇਹੋ ਜਿਹਾ ਹੋਵੇ ਵੀ ਉਹ ਨਾ ਹੋਵੇ ਵੀ ਸੂਰਮਾ ਵੀ ਤਲਵਾਰ ਚੁੱਕ ਲਈ, ਡਾਂਗ ਮੋਢੇ ਤੇ ਧਰ ਲਈ, ਕਿਸੇ ਦੇ ਖੰਬੜ ਚ ਮਾਰੀ, ਪਾੜਤਾ ਸਿਰ, ਉਹਦੇ ਟਾਂਕੇ ਲੱਗ ਗਿਆ, ਆਪ ਜੇਲ੍ਹ ਚ ਵਗ ਗਿਆ। ਉਹ ਸੂਰਮਾ ਨਹੀਂ। ਗੁਰਬਾਣੀ ਕਹਿੰਦੀ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਮਾ। ਕਹਿੰਦੇ ਉਹ ਸੂਰਮਾ ਹੋਵੇ ਜਿਹਨੂੰ ਆਹ ਸਮੇਂ ਦੇ ਵਿੱਚ ਰੰਗ ਲੱਗਿਆ ਹੋਵੇ। ਕਾਹਦਾ? ਪਰਮਾਤਮਾ ਦੇ ਨਾਮ ਦਾ। ਆਪ ਜਪੈ ਅਬਰ ਨਾਮ। ਦੇਖੋ ਬਾਬਾ ਜੀ ਤਾਂ ਆਪ ਜਪ ਸਕਦੇ ਨੇ। ਅੰਮ੍ਰਿਤ ਵੇਲੇ ਉੱਠੇ, ਨਿਤਨੇਮ ਕੀਤਾ, ਸੁਖਮਨੀ ਸਾਹਿਬ ਦਾ ਪਾਠ ਕਰਤਿਆ, ਸ਼ਨੀਵਾਰ ਦਾ ਕੀਰਤਨ ਕਰਤਿਆ, ਹੋ ਗਈ ਡਿਊਟੀ ਬਾਬਾ ਜੀ ਦੀ। ਪਰ ਜਿਹੜਾ ਆ ਐਡਾ ਵੱਡਾ ਜਿਹੜਾ ਕੁੰਭ ਲਾਇਆ ਹੋਇਆ, ਕਿਹਦੇ ਵਾਸਤੇ ਲਾਇਆ? ਇਹ ਸੰਗਤ ਦੇ ਭਲੇ ਵਾਸਤੇ ਲਾਇਆ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਸੂਰਮਾ ਹੋਵੇ ਜਾਂ ਫਿਰ ਦਾਨੀ ਹੋਵੇ। ਦੁਨੀਆ ਤੇ ਵੱਡੇ ਵੱਡੇ ਰਾਜੇ ਹੋਏ ਨੇ ਜਿਨ੍ਹਾਂ ਨੂੰ ਦਾਨੀਆਂ ਦੇ ਵਿੱਚ ਲਿਖਿਆ ਗਿਆ ਹਰੀ ਚੰਦ ਦਾਨ ਕਰੈ ਜਸ ਲੇਵੇ। ਮਹਾਰਾਜੇ ਕਰਨ ਨੂੰ ਵੀ ਦਾਨੀ ਮੰਨਿਆ ਗਿਆ ਹੈ। ਸੋਨਾ ਸਵਾ ਮਣ ਦਾਨ ਕਰਦਾ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਵੀ ਦਾਨੀ ਮੰਨਿਆ ਗਿਆ ਹੈ, ਕਹਿੰਦੇ ਉਹ ਵੀ ਦਾਨੀ ਸੀ। ਪਰ ਜਿਹੜਾ ਦਾਨ ਸੰਤ ਬਾਬਾ ਅਤਰ ਸਿੰਘ ਮਹਾਰਾਜ ਨੇ ਕਰਿਆ ਉਹ ਰਾਜੇ ਮਹਾਰਾਜੇ ਨਹੀਂ ਕਰ ਸਕਦੇ। ਕੀ ਕਹਿੰਦੀ ਆ ਗੁਰਬਾਣੀ? ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਲਾਏ। ਕਹਿੰਦੇ ਏਡਾ ਵੱਡਾ ਦਾਨ ਦੇ ਦਿੱਤਾ ਸਾਨੂੰ। ਸੂਰਮਾ ਭਗਤ ਜਾਂ ਫਿਰ ਦਾਨੀ, ਕਹਿੰਦੇ ਸੂਰਮੇ ਵੀ ਸੀ, ਦਾਨੀ ਵੀ ਸੀ, ਤੇ ਸਾਰੇ ਗੁਣ ਸਨ। ਮਾਤਾ ਜੇ ਤੂੰ ਇਹਨਾਂ ਤਿੰਨ ਪੁੱਤਰਾਂ ਨੂੰ ਜਨਮ ਨਹੀਂ ਦੇ ਸਕਦੀ ਨਾ, ਫਿਰ ਤੂੰ ਇੱਕ ਕੰਮ ਕਰ ਲਈ। ਕਿਹੜਾ? ਜੇ ਤੈ ਪੁੱਤਰ ਭਗਤ ਨਹੀਂ ਸੀ ਜੰਮਣਾ, ਓਏ ਵਿਧਵਾ ਹੋ ਜਾ। ਪੁੱਤਰ ਭਗਤ ਨਹੀਂ ਸੀ ਜੰਮਣਾ, ਤਾਂ ਵਿਧਵਾ ਹੋ ਜਾਂਦੀ। ਜੇ ਤੈ ਪੁੱਤਰ ਭਗਤ ਨਹੀਂ ਸੀ ਜੰਮਣਾ, ਵਿਧਵਾ ਹੋ ਜਾਂਦੀ। ਜੇ ਤੈ ਪੁੱਤਰ ਭਗਤ ਨਹੀਂ ਸੀ ਜੰਮਣਾ, ਵਿਧਵਾ ਹੋ ਜਾਂਦੀ। ਭਗਤ ਨਹੀਂ ਸੀ ਜੰਮਣਾ, ਵਿਧਵਾ ਹੋ ਜਾਂਦੀ। ਜੇ ਤੈ ਪੁੱਤਰ ਭਗਤ ਨਹੀਂ ਸੀ ਜੰਮਣਾ, ਵਿਧਵਾ ਹੋ ਜਾਂਦੀ। ਜੇ ਤੈ ਪੁੱਤਰ ਭਗਤ ਨਹੀਂ ਸੀ ਜੰਮਣਾ ਜੀ, ਜੇ ਤੈ ਪੁੱਤਰ ਭਗਤ ਨਹੀਂ ਸੀ ਜੰਮਣਾ ਜੀ। ਜੇ ਤੈ ਪੁੱਤਰ ਭਗਤ ਨਹੀਂ ਜੰਮਣਾ ਜੀ। ਹੋ ਜੇ ਤੈ ਪੁੱਤਰ ਭਗਤ ਨਹੀਂ ਸੀ ਜੰਮਣਾ। ਜੇ ਤੈ ਪੁੱਤਰ
ਭਗਤ ਨਹੀਂ ਸੀ ਜੰਮਣਾ ਜੇ ਤੇ ਪੁੱਤਰ ਭਗਤ ਨਹੀਂ ਸੀ ਜੰਮਣਾ ਜੇ ਤੈ ਪੁੱਤਰ ਭਗਤ ਨਹੀਂ ਸੀ ਜੰਮਣਾ ਤਾਂ ਵਿਧਵਾ ਹੋ ਜਾਂਦੀ ਪੁੱਤਰ ਭਗਤ ਨਹੀਂ ਸੀ ਜੰਮਣਾ ਵਿਧਵਾ ਹੋ ਜਾਂਦੀ ਭਗਤ ਨਹੀਂ ਸੀ ਜੰਮਣਾ ਵਿਧਵਾ ਹੋ ਜਾਂਦੀ ਜੇ ਪੁੱਤਰ ਭਗਤ ਨਹੀਂ ਸੀ ਜੰਮਣਾ ਉਹ ਵਿਧਵਾ ਹੋ ਜਾਂਦੀ ਪੁੱਤਰ ਭਗਤ ਨਹੀਂ ਸੀ ਜੰਮਣਾ ਵਿਧਵਾ ਹੋ ਜਾਂਦੀ ਜੇ ਪੁੱਤਰ ਭਗਤ ਨਹੀਂ ਸੀ ਜੰਮਣਾ ਵਿਧਵਾ ਹੋ ਜਾਂਦੀ जननी जन तो भगत जन कह दाता कह सूर नहीं तो जननी बाज रह काहे गवावे कहते तेरा पुत्र इहो जिहा होवे संत बाबा अतर सिंह जी महाराज वर्गा उन्हां वर्गा नहीं एक अद्धा गुण तां उहदे विच जरूर ही होवे बोलो सतनाम ਵਾਹਿਗੁਰੂ हुण तुसीं कहोगे वडियाई करदा है पर सही गल दी वडियाई गुरु दी गोद विच कर देनी चाहीदी है माड़ी नहीं हुंदी हुण तुहाडे सामणे है ਉਹ ਸ਼ਾਇਦ ਲਿਖਿਆ ਵੀ ਹੈ ਵਿਦਵਾਨ ਨੇ ਨਾਨਕੇ ਦਾਦਕੇ ਵਾਲੀ ਤਿੰਨੇ ਜਾਣ ਸਾਧ ਤੋਂ ਖਾਲੀ ਬਾਬਾ ਜੀ ਵਿੱਚ ਅੱਜ ਗੁਣ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ ਵਿੱਚ ਵਡਿਆਈ ਕਰਕੇ ਕਹਿੰਦੇ ਆ ਵੀ ਹੈ ਇਹਨਾਂ ਵਿੱਚ ਗੁਣ ਅੱਜ ਬਾਬਾ ਜੀ ਦੇ ਵਿੱਚ ਜੋੜਨ ਵਾਲਾ ਗੁਣ ਇੱਕ ਸੰਤ ਮਹਾਰਾਜ ਦਾ ਪਾਇਆ ਹੋਇਆ ਬੋਲੋ ਸਤਨਾਮ ਵਾਹਿਗੁਰੂ ਜੀ ਆ ਜੋੜਦੇ ਨੇ ਕਿਸੇ ਨੂੰ ਕਹਿਣਾ ਤੂੰ ਖੰਡ ਪਾਠ ਕਰਾ ਭਾਈ ਕਿਸੇ ਨੂੰ ਕਹਿਣਾ ਤੂੰ ਲੰਗਰ ਲਾ ਭਾਈ ਕਿਸੇ ਨੂੰ ਕਹਿਣਾ ਤੂੰ ਨਗਰ ਕੀਰਤਨ ਵਿੱਚ ਹਾਜ਼ਰੀ ਲਵਾ ਭਾਈ ਤੇ ਇਹਦੇ ਵਿੱਚ ਮਹਾਰਾਜ ਜੀ ਕਹਿੰਦੇ ਜੋੜਨਹਾਰਾ ਸੰਤ ਨਾਨਕ ਪੱਧਰ ਪੱਧਰ ਕਰਕੇ ਆਓ ਬਾਬਾ ਜੀ ਅਰਜ ਕਰ ਰਹੇ ਸੀ ਬਈ ਉਹ ਅਤਰ ਦੀ ਸ਼ੀਸ਼ੀ ਦੇ ਦਿੱਤੀ ਸੰਤ ਬਾਬਾ ਕਰਮ ਸਿੰਘ ਮਹਾਰਾਜ ਜੀ ਨੂੰ ਆ ਘਰ ਵਿੱਚ ਸਾਂਭ ਕੇ ਰੱਖੀ ਕਿਤੇ ਉੱਚੀ ਜਗ੍ਹਾ ਉੱਤੇ ਸਾਂਭ ਕੇ ਰੱਖੀ ਤੇਰੇ ਘਰ ਵਿੱਚ ਇਹੋ ਜਿਹਾ ਪੁੱਤਰ ਪੈਦਾ ਹੋਊਗਾ ਜਿਹਦੀਆਂ 4 ਕੁੰਟਾਂ ਦੇ ਵਿੱਚ ਜਿਹੜੀਆਂ ਜੋਤਾਂ ਚੱਲਣਗੀਆਂ 4 ਕੁੰਟ ਅੱਜ ਤੁਸੀਂ ਜਿੱਥੇ ਮਰਜੀ ਜਾ ਕੇ ਸੰਤ ਬਾਬਾ ਅਤਰ ਸਿੰਘ ਮਹਾਰਾਜ ਦਾ ਨਾਮ ਲੈ ਦਿਓ ਤੁਸੀਂ ਇੰਨਾ ਹੀ ਕਹਿ ਦਿਓ ਸੰਤ ਬਾਬਾ ਅਤਰ ਸਿੰਘ ਜੀ ਨਾਲ ਆਪੇ ਕਹਿਣਗੇ ਮਸਤੂਆਣਾ ਸਾਹਿਬ ਵਾਲੇ 4 ਬਾਬਾ ਅਤਰ ਸਿੰਘ ਮਹਾਰਾਜ ਜੀ ਹੋਏ ਨੇ ਬਾਬਾ ਅਤਰ ਸਿੰਘ ਜੀ ਮਹਾਰਾਜ ਘੁੰਸਾਂ ਵਾਲੇ ਅਤਲੇ ਵਾਲੇ ਤੇ ਬਾਬਾ ਜੀ ਮਸਤੂਆਣਾ ਸਾਹਿਬ ਵਾਲੇ ਰੇਰੂ ਸਾਹਿਬ ਵਾਲੇ ਪਰ ਸਭ ਤੋਂ ਸਰਮੌਰ ਮੰਨਿਆ ਗਿਆ ਸੰਤ ਬਾਬਾ ਅਤਰ ਸਿੰਘ ਕਿਉਂ ਕਿਉਂਕਿ ਇਹਨਾਂ ਕੋਲੇ ਕੀਰਤਨ ਦਾ ਗੁਣ ਸੀ ਵਿਸਾਖੀ ਤੇ ਚਲੇ ਗਏ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਸੰਤ ਬਾਬਾ ਰੇਰੂ ਸਾਹਿਬ ਵਾਲੇ ਬਾਬਾ ਅਤਰ ਸਿੰਘ ਮਹਾਰਾਜ ਜੀ ਉੱਥੇ ਆਏ ਹੋਏ ਸਨ ਜਦੋਂ ਧੰਨ ਬਾਬਾ ਅਤਰ ਸਿੰਘ ਮਹਾਰਾਜ ਜੀ ਕੀਰਤਨ ਕਰਦੇ ਨੇ ਉਹਨਾਂ ਦੀ ਛੋਟੀ ਉਮਰ ਦੇ ਵਿੱਚ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖ ਨਾਲ ਨੇ ਜਦੋਂ ਕੀਰਤਨ ਕਰਦੇ ਨੇ ਬਾਬਾ ਅਤਰ ਸਿੰਘ ਮਹਾਰਾਜ ਜੀ ਮਸਤੂਆਣਾ ਸਾਹਿਬ ਵਾਲੇ ਤੇ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਹੌਲੀ ਹੌਲੀ ਆ ਕੇ ਨਾ ਕੱਲੇ ਬਾਬਾ ਈਸ਼ਰ ਸਿੰਘ ਨੂੰ ਕਹਿਣ ਲੱਗੇ ਨਾਮ ਸੀ ਗੁਲਾਬ ਸਿੰਘ ਕਹਿੰਦੇ ਤੂੰ ਐਂ ਕਰ ਗੜਬਾ ਲੈ ਕੇ ਇਧਰਲੇ ਪਾਸੇ ਦੀ ਆ ਜਾ ਪਿਛਲੇ ਪਾਸੇ ਦੀ ਆਪਾਂ ਸੰਤ ਬਣ ਕੇ ਨਹੀਂ ਜਾਣਾ ਤੇ ਮੈਂ ਅੱਗੇ ਜਾ ਕੇ ਬੈਠ ਜਾਣਾ ਤੇ ਅੱਗੇ ਜਾ ਕੇ ਬੋਝ ਕੇ ਆਏ ਮੱਥਾ ਟੇਕ ਕੇ ਬੈਠ ਗਏ ਬਾਬਾ ਅਤਰ ਸਿੰਘ ਮਹਾਰਾਜ ਨੇ ਕੀਰਤਨ ਕਰਦਿਆਂ ਨੇ ਪਤਾ ਕੀ ਗੱਲ ਆਖੀ ਅੱਜ ਨਹੀਂ ਕਹਿੰਦੇ ਸੰਤ ਬੋਲੋ ਸਤਨਾਮ ਵਾਹਿਗੁਰੂ ਅੱਜ ਕੋਈ ਕਹਿ ਕੇ ਰਾਜੀ ਨਹੀਂ ਕਿਉਂਕਿ ਅੱਜ ਸੰਤ ਹੀ ਨਹੀਂ ਹੈ ਕੋਈ ਮਾਫ ਕਰਿਓ ਪਿਆਰਿਓ ਠੀਕ ਹੈ ਬਾਬਾ ਜੀ ਕਹੀ ਜਾਂਦੇ ਨੇ ਸਾਨੂੰ ਸੰਤ ਆ ਗਏ ਨਹੀਂ ਅਸੀਂ ਬਹੁਤ ਅੰਦਰ ਅੰਦਰ ਹੱਸਦੇ ਆਂ ਵੀ ਦੇਖੋ ਜੇ ਅਸੀਂ ਕੱਪੜੇ ਜੇ ਪਾ ਕੇ ਆ ਗਏ ਨਾ ਬਾਬਾ ਜੀ ਸਾਨੂੰ ਸੰਤ ਕਹਿੰਦੇ ਨੇ ਮਹਾਰਾਜ ਜੀ ਕੀ ਕਹਿੰਦੇ ਨੇ ਕਹਿੰਦੇ ਸਾਧੂ ਤਾਂ ਉਹ ਹੈ ਜਿਹੜਾ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਅਸੀਂ ਤਾਂ ਜਿਉਂ ਤੜਕੇ ਦੀ ਉੱਥੋਂ 6 ਵਜੇ ਦੀ ਗੱਡੀ ਭਜਾਈ ਆ ਅਸੀਂ ਕਿਹੜੇ ਸਾਸ ਗਰਾਸ ਵਾਲੇ ਆਂਗੇ ਨਿਤਨੇ ਮਸਾਂ ਕਰਿਆ ਸ਼ਨੀਵਾਰ ਦਾ ਅਸੀਂ ਕੀਰਤਨ ਅੱਗੇ 7 ਵਜੇ ਭੋਗ ਪਾਉਂਦੇ ਸੀ ਅੱਜ 6:30 ਵਜੇ ਭੋਗ ਪਾ ਕੇ ਮੈਂ ਕਿਹਾ ਬਾਬਾ ਜੀ ਨੂੰ ਮੈਂ 6 ਵਜੇ ਦਾ ਟਾਈਮ ਦਿੱਤਾ ਤੇ ਘੰਟੇ ਦਾ ਝੂਠ ਬੋਲਿਆ ਬੋਲੋ ਸਤਨਾਮ ਬਾਬਾ ਜੀ ਨੂੰ ਮੈਂ ਕਿਹਾ 6 ਵਜੇ ਤੁਰ ਪਾਂਗੇ ਜੀ 6:30 ਵਜੇ ਤੁਰੇ ਸਹੀ ਕੀ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਸਾਸ ਗਰਾਸ ਨ ਵਿਸਰੈ ਹਰਿ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਅਜ ਸੰਤ ਮਹਾਂਪੁਰਖ ਚਲੋ ਕਾਲ ਨਹੀਂ ਹੈ ਕਿਸੇ ਦਾ ਹੋ ਵੀ ਸਕਦੇ ਹਨ ਆਪਾਂ ਇਸ ਗੱਲ ਤੇ ਵੀ ਕਿੰਤੂ ਨਹੀਂ ਕਰਦੇ ਹਾਂ ਪਰ ਬਾਬਾ ਜੀ ਨੇ ਕੀ ਕਿਹਾ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਕਹਿੰਦੇ ਛੱਜ ਦੇ ਓਲੇ ਕਦੇ ਸੂਰਜ ਨਹੀਂ ਛੁਪਦਾ ਹੁੰਦਾ ਇਹ ਬਚਨ ਸੀ ਜੇ ਆਪਾਂ ਇਹ ਸੂਰਜ ਦੇ ਅੱਗੇ ਛੱਜ ਕਰ ਦਈਏ ਨਾ ਵੀ ਆਪਾਂ ਕਹਿੰਦੇ ਛੱਜ ਨੂੰ ਜਿਹੜਾ ਸੂਰਜ ਲੁਕੋ ਦਈਏ ਲੁਕ ਜੂਗਾ ਨਹੀਂ ਲੁਕ ਸਕਦਾ ਇੱਧਰ ਆ ਜਾਓ ਸਾਹਮਣੇ ਆ ਕੇ ਬੈਠ ਜਾਓ ਉੱਪਰ ਬਾਬਾ ਅਤਰ ਸਿੰਘ ਮਹਾਰਾਜ ਨੂੰ ਉੱਪਰਲੇ ਪਾਸੇ ਬਿਠਾ ਲਿਆ ਸਮਾਪਤੀ ਤੋਂ ਬਾਅਦ
ਫਿਰ ਕਿਹਾ ਤੁਸੀਂ ਐ ਸੰਗਤ ਵਿੱਚ ਲੋਕੇ ਕਿਉਂ ਬੈਠ ਗਏ? ਮਹਾਰਾਜ ਜੀ ਨੇ ਕਿਹਾ ਬਾਬਾ ਅਤਰ ਸਿੰਘ ਡੇਰੂ ਸਾਹਿਬ ਵਾਲਿਆਂ ਨੇ ਤੁਹਾਡੇ ਕੋਲੇ ਕੀਰਤਨ ਦੀਆਂ ਦਾਤਾਂ ਨੇ। ਬੋਲੋ ਸਤਨਾਮ। ਸ੍ਰੀ ਵਾਹਿਗੁਰੂ। ਜਿਹੜੀ ਅੱਜ ਆ ਵਰਤਾ ਰਹੀ ਹੈ ਸੰਗਤ, ਬਾਬਾ ਜੀ ਨੇ ਕਿੰਨੇ ਪਿਆਰ ਦੇ ਵਿੱਚ ਆ ਕੇ ਕਥਾ ਕੀਰਤਨ ਦਾ ਆਨੰਦ ਬੰਨਿਆ ਸੀ। ਕਹਿੰਦੇ ਤੁਹਾਡੇ ਕੋਲੇ ਕੀਰਤਨ ਦੀਆਂ ਦਾਤਾਂ ਨੇ। ਫਿਰ ਉਦੋਂ ਉਸ ਵਕਤ ਨੂੰ ਬਾਬਾ ਗੁਲਾਬ ਸਿੰਘ ਰਾੜੇ ਸਾਹਿਬ ਵਾਲੇ ਸੰਤ ਈਸ਼ਰ ਸਿੰਘ ਜੀ ਆ ਕੇ ਕੋਲ ਖੜ ਗਏ, ਬੁੱਕਲ ਵਿੱਚ ਲੈ ਕੇ ਆਖਿਆ ਜਿਹੜਾ ਬਾਲਕ ਹੈ ਨਾ ਇਹਨੇ ਤਾਂ ਬਾਹਰ ਬਲੈਤਾਂ ਤੱਕ ਵੀ ਕੀਰਤਨ ਕਰਨਾ ਹੈ। ਬੋਲੋ ਸਤਨਾਮ। ਇਸ ਘਰ ਦੇ ਵਿੱਚੋਂ ਗਈ ਹੈ ਜਿਹੜੀ ਦਾਤ ਕੀਰਤਨ ਦੀ ਰਾੜੇ ਸਾਹਿਬ। ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਨੇ ਤੁਹਾਡੇ ਘਰ ਦੇ ਵਿੱਚੋਂ ਕਿਰਪਾ ਹੋਈ ਹੈ ਜਿਹੜੀਆਂ ਕੀਰਤਨ ਦੀਆਂ ਦਾਤਾਂ ਨੇ। ਉਹ ਤੁਸੀਂ ਤਾਂ ਇੱਕ ਮਹਾਨ ਦੇਵਤੇ ਹੋ। ਮੈਂ ਜਦੋਂ ਉੱਥੇ ਅੰਦਰ ਜਲ ਪਾਣੀ ਛਕਦਾ ਸੀ ਨਾ, ਬਾਬਾ ਜੀ ਸਾਨੂੰ ਚਾਹ ਪਿਆਈ ਜਾਂਦੇ ਸੀ। ਮੈਂ ਚਾਹ ਪਾਣੀ ਛਕ ਕੇ ਉਹਨਾਂ ਦੇ ਦੋਨੇ ਪੈਰਾਂ ਤੇ ਹੱਥ ਲਾ ਕੇ ਮੈਨੂੰ ਕਹਿੰਦੇ ਬਾਬਾ ਅਸੀਂ ਇੱਥੋਂ ਜੋਗਰ ਇੰਨੇ ਜੋਗਰ ਕਿੱਥੇ ਆ, ਇਹ ਤਾਂ ਤੁਹਾਡੇ ਕੋਲੇ ਦਾਤ ਹੈ। ਮੈਂ ਕਿਹਾ ਅਸੀਂ ਤਾਂ ਤੁਹਾਡੇ ਘਰ ਵਿੱਚੋਂ ਚੋਰੀ ਕਰਨ ਆਏ ਹਾਂ। ਬੋਲੋ ਸਤਨਾਮ। ਅਸੀਂ ਤੁਹਾਡੇ ਘਰ ਵਿੱਚੋਂ ਆਏ ਚੋਰੀ ਕਰਨ ਵਾਸਤੇ। ਸਾਡੇ ਕੋਲ ਕੁਝ ਨਹੀਂ, ਇਕੱਲੇ ਕੱਪੜੇ ਨੇ ਵੀ ਬਾਬਿਆਂ ਦੇ ਚੱਕ ਹੀ ਪਾਏ ਨੇ। ਬੋਲੋ ਸਤਨਾਮ। ਬਾਬਾ ਜੀ ਕਹਿਣ ਲੱਗੇ ਇਹ ਆ ਜਿਹੜਾ ਛੋਟਾ ਜਿਹਾ ਬਾਲਕ ਹੈ ਨਾ ਇਹਨੇ ਇੰਨਾ ਕੀਰਤਨ ਕਰਨਾ ਹੈ ਬਲੈਤਾਂ ਤਿੱਕਰ, ਭਾਵ ਇੰਗਲੈਂਡ ਅਮਰੀਕਾ ਤਿੱਕਰ ਜਿਹੜਾ ਉਹ ਕੀਰਤਨ ਦੀਆਂ ਦਾਤਾਂ। ਫਿਰ ਉੱਥੇ ਪਿਆਰ ਦੇ ਵਿੱਚ ਇੱਕ ਧਾਰਨਾ ਪੜ੍ਹੀ ਸੀ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀ ਨੇ। ਇਹੀ ਧਾਰਨਾ ਜਦੋਂ ਪਿੰਡ ਜਵਾਰ ਕੇ ਭੈਣ ਬੇਬੇ ਰਤਨ ਕੌਰ ਨੂੰ ਮਿਲਣ ਵਾਸਤੇ ਗਏ ਨਾ, ਉਸ ਵਕਤ ਸੰਤ ਮਹਾਰਾਜ ਇੱਕ ਕੰਬਲੀ ਅੱਧੀ ਕੁ ਪਾੜ ਕੇ ਮੋਢਿਆਂ ਉੱਤੇ ਲਈ ਹੋਈ ਹੈ, ਅੱਧੀ ਕੁ ਕੰਬਲੀ ਜਿਹੜੀ ਆ ਉਹ ਸਿਰ ਤੇ ਬੰਨੀ ਹੋਈ ਹੈ। ਰਾਤ ਨੂੰ 2 ਵਜੇ ਆ ਕੇ ਬਾਹਰ ਵਿੱਚ ਖੜ ਗਏ। ਭੈਣ ਬੇਬੇ ਰਤਨ ਕੌਰ 4 ਵਜੇ ਉੱਠੀ, ਕਿਉਂਕਿ ਸੁਆਹ ਸੀ। ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕੀਤਾ, ਇਸ਼ਨਾਨ ਧਿਆਨ ਕੀਤਾ। 4 ਵਜੇ ਗੋਹੇ ਦਾ ਭਰ ਕੇ ਟੋਕਰਾ ਬੇਬੇ ਰਤਨ ਕੌਰ ਜੀ ਤੁਰੇ ਜਾਂਦੇ ਨੇ, ਗੋਹਾ ਸੁੱਟ ਕੇ ਮੁੜ ਆਏ। ਹਨੇਰਾ ਸੀ, ਫੇਰ ਦੂਜਾ ਟੋਕਰਾ ਲੈ ਕੇ ਗਏ। ਤੀਜੇ ਟੋਕਰੇ ਵਾਰੀ ਦੇਖਿਆ ਕੋਈ ਬਾਰ ਵਿੱਚ, ਸਾਡੇ ਬਾਰ ਵਿੱਚ ਕੋਈ ਖੜਾ ਹੈ। ਕੌਣ ਹੋਇਆ? ਇਸ ਵੇਲੇ ਖੜਾ ਕੌਣ ਹੈ? ਤਨ ਸੁੱਕਾ ਪਿੰਜਰ ਥੀਆ, ਕਲੀਆਂ ਖੁੱਡੇ ਕਾਗਜ, ਸੋ ਰੱਬ ਨਾ ਬੋੜਿਓ ਦੇਖ ਬੰਦੇ ਦੇ ਸਰੀਰ ਐ ਸੁੱਕਿਆ ਪਿਆ ਹੈ। ਬਸ ਅੱਧੀ ਕ ਕੰਬਲੀ ਮੋਢਿਆਂ ਉੱਤੇ ਹੈ। ਜਦੋਂ ਤੀਜਾ ਟੋਕਰਾ ਸਿੱਟ ਕੇ ਵਾਪਸ ਮੁੜਿਆ ਆਏ ਨਾ, ਆ ਕੇ ਐ ਕੋਲ ਖੜ ਕੇ ਵੇਖਿਆ, ਉਹ ਇਹ ਤਾਂ ਮੇਰਾ ਵੀਰ ਹੈ। ਬੋਲੋ ਸਤਨਾਮ। ਇਹ ਤਾਂ ਮੇਰਾ ਵੀਰ ਹੈ। ਬਸ ਐ ਭੱਜ ਕੇ ਬੇਬੇ ਰਤਨ ਕੌਰ ਸੰਤ ਮਹਾਰਾਜ ਦੇ ਗਲੇ ਨੂੰ ਚਿੰਬੜ ਕੇ ਉੱਚੀ ਉੱਚੀ ਰੋਣ ਲੱਗ ਪਈ। ਕਹਿੰਦੀ ਉਹ ਵੀਰਾ ਓਏ ਆ ਕੀ ਹਾਲ ਬਣਾਇਆ ਸਰੀਰ ਦਾ। ਬੰਦਗੀ ਕਰਦਿਆਂ ਕਰਦਿਆਂ 1 ਸਾਲ 6 ਮਹੀਨੇ ਤੇ 41 ਦਿਨਾਂ ਦਾ ਚੌਂਕੜਾ ਸੰਤ ਮਹਾਰਾਜ ਦਾ। ਸਾਨੂੰ ਘੰਟਾ ਕੁ ਬੈਠਣਾ ਔਖਾ ਹੈ। ਬੋਲੋ ਸਤਨਾਮ। ਉਹਨਾਂ ਦੇ ਗੁਣ ਗਾਉਣੇ ਜਿਨ੍ਹਾਂ ਨੇ ਇੰਨੀ ਬੰਦਗੀ ਕਰੀ ਹੈ, ਇੰਨਾ ਸਿਮਰਨ ਕਰਿਆ ਹੈ। ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਗਲ ਨਾਲ ਚਿੰਬੜ ਕੇ ਗੁਰਬਾਣੀ ਦਾ ਸ਼ਬਦ ਪੜ੍ਹ ਰਹੇ ਨੇ ਪਿਆਰ ਵਿੱਚ ਆ ਕੇ। ਭੈਣ ਮੈਂ ਤਾਂ ਤੈਨੂੰ ਮਿਲਣ ਵਾਸਤੇ ਆਇਆ ਸੀ, ਮੇਰਾ ਜੀ ਕਰਿਆ ਮੈਂ ਅੱਜ ਆਪਣੀ ਭੈਣ ਨੂੰ ਮਿਲ ਕੇ ਆਵਾਂ। ਤੇ ਦੋਨਾਂ ਦਾ ਮਿਲਾਪ ਭੈਣ ਤੇ ਭਰਾ ਦਾ ਪਿੰਡ ਜਵਾਰ ਕੇ ਨਗਰ ਤੇ ਪੜ੍ਹ ਕੀ ਰਹੇ ਨੇ ਗੁਰਬਾਣੀ ਦੀ ਪੰਕਤੀ। ਪਿਆਰ ਵਿੱਚ ਆ ਕੇ ਕਹਿੰਦੇ ਨੇ, ਆਵੋ ਭੈਣੋ ਗੱਲ ਮਿਲੀਏ ਮੇਰੀ ਅੰਕ ਸੁਹੇਲੜੀਆਂ ਨੀ। ਆਵੋ ਭੈਣੋ ਗੱਲ ਮਿਲੀਏ ਮੇਰੀ ਅੰਕ ਸੁਹੇਲੜੀਆਂ ਨੀ। ਆਵੋ ਭੈਣੋ ਗੱਲ ਮਿਲੀਏ ਮੇਰੀ ਅੰਗ ਸੁਹੇਲੜੀਆਂ ਨੀ। ਆਵੋ ਭੈਣੋ ਗੱਲ ਮਿਲੀਏ ਮੇਰੀ ਅੰਕ ਸੁਹੇਲੜੀਆਂ। ਵਾਹ ਵਾਹ। ਆਵੋ ਭੈਣੋ ਗੱਲ ਮਿਲੀਏ ਮੇਰੀ ਅੰਗ ਸੁਹੇਲੜੀਆਂ ਨੀ। ਆਵੋ ਭੈਣੋ ਗੱਲ ਮਿਲੀਏ ਮੇਰੀ ਅੰਗ ਸੁਹੇਲੜੀਆਂ। ਆਵੋ ਭੈਣੇ ਗੱਲ ਮਿਲੀਏ ਮੇਰੀ ਅੰਕ ਸੁਹੇਲੜੀਆਂ ਨੀ। ਆਵੋ ਭੈਣੇ ਗੱਲ ਮਿਲੀਏ ਮੇਰੀ ਅੰਕ ਸੁਹੇਲੜੀਆਂ ਨੀ। ਆਵੋ ਭੈਣੋ ਗੱਲ ਮਿਲੀਏ ਮੇਰੀ ਅੰਕ ਸੁਹੇਲੜੀਆਂ। ਆਵੋ
ਲੜੀਆ ਆਵੋ ਭੈਣ ਹਾਲ ਮਿਲੀਏ ਮੇਰੀ ਅੰਗ ਸੁਹੇਲੜੀਆ ਨੀ ਆਵੋ ਭੈਣ ਗਾਲ ਮਿਲੀਏ ਮੇਰੀ ਅੰਗ ਸੁਹੇਲੜੀਆ। ਦੋਨਾਂ ਦਾ ਮਿਲਾਪ ਦੇਖੋ ਫਿਰ ਕਿੰਨੀ ਕੁ ਖੁਸ਼ੀ ਹੋਣੀ ਉਸ ਵਕਤ ਬਾਬਾ ਤਰ ਸਿੰਘ ਮਹਾਰਾਜ ਜੀ ਨੂੰ ਜਦੋਂ ਆਪਣੀ ਭੈਣ ਦੇ ਘਰ ਗਏ, ਆਪਣੀ ਭੈਣ ਨੂੰ ਮਿਲੇ ਨਗਰ ਜਵਾਰ ਕੇ। ਉੱਥੇ ਸਾਨੂੰ ਜਾਣ ਦਾ ਵੀ ਸਮਾਂ ਜਿਹੜਾ ਪ੍ਰਾਪਤ ਹੋਇਆ ਸੰਤ ਬਾਬਾ ਗੁਰਦੇਵ ਸਿੰਘ ਜੀ ਮਹਾਰਾਜ ਬਡਰੁੱਖਿਆਂ ਵਾਲਿਆਂ ਦੇ ਨਾਲ। ਬੜਾ ਸਾਰੀ ਜ਼ਿੰਦਗੀ ਇੱਕੋ ਇੱਕ ਸੰਤ ਬਾਬਾ ਗੁਰਦੇਵ ਸਿੰਘ ਜੀ, ਚਲੋ ਸਾਧੂ ਮਹਾਪੁਰਖਾਂ ਜੋ ਉਹਨਾਂ ਦੀਆਂ ਨਕਲਾਂ ਕਰਕੇ ਤਾਂ ਸਾਡੇ ਵਰਗੇ ਸਾਰੀ ਸੁਣਾ ਰਹੇ ਨੇ, ਪਰ ਸਾਰੀ ਜ਼ਿੰਦਗੀ ਜੇ ਪ੍ਰਚਾਰ ਸੰਤ ਮਹਾਰਾਜ ਦਾ ਕੀਤਾ ਤਾਂ ਸੰਤ ਬਾਬਾ ਗੁਰਦੇਵ ਸਿੰਘ ਜੀ ਬਡਰੁੱਖਿਆਂ ਵਾਲੇ ਮਹਾਪੁਰਖਾਂ ਨੇ ਕੀਤਾ। ਬੋਲੋ ਸਤਨਾਮ ਵਾਹਿਗੁਰੂ ਜੀ। ਪਤਾ ਹੈ ਉਹ ਕੀ ਕਹਿੰਦੇ ਹੁੰਦੇ ਸੀ? ਉਹ ਕਹਿਣ ਲੱਗੇ ਭਾਈ ਇੱਕ ਮਨੁੱਖ ਦਾ ਅੰਤ ਸਮਾਂ ਹੋਵੇ, ਅੰਤ ਸਮਾਂ ਸਵਾਸਾਂ ਤੇ ਪਿਆ ਹੋਵੇ, ਕਹਿੰਦੇ ਉਹਦੇ ਮੁਖ ਵਿੱਚ ਇੱਕ ਤਾਂ ਸੰਤ ਬਾਬਾ ਤਰ ਸਿੰਘ ਮਹਾਰਾਜ ਦਾ ਨਾਂ ਹੋਵੇ, ਇੱਕ ਮਸਤੂਆਣਾ ਸਾਹਿਬ ਦੀ ਧੂੜੀ ਹੋਵੇ, ਉਹਨੂੰ ਜੰਮ ਨਹੀਂ ਕੁਝ ਕਹਿ ਸਕਦੇ। ਬੋਲੋ ਸਤਨਾਮ ਵਾਹਿਗੁਰੂ। ਦੇਖੋ ਏਡਾ ਵੱਡਾ ਪ੍ਰਤਾਪ ਸੰਤ ਮਹਾਰਾਜ ਬਾਬਾ ਤਰ ਸਿੰਘ ਜੀ ਦਾ। ਪਹਿਲਾਂ ਬਾਬਾ ਜੀ ਗੱਲ ਕਰਕੇ ਹਟੇ ਹਨ, ਪਰ ਮੈਂ ਥੋੜਾ ਸਮਾਂ ਹੀ ਬਸ ਆਪਣੇ ਕੋਲੇ ਹੈ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੋ ਜਹਾਨ ਵਾਲੀ ਮਾਤਾ ਗੁਜਰੀ ਜੀ ਦੀ ਪਾਵਨ ਪਿਤਰ ਕੁਖ ਤੋਂ ਮੁਰਪਤ ਪੂਰਬ ਕੀਓ ਅਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਤਿਨਹੀ ਜਾਤ ਤਰਵੈਣੀ ਭਏ ਪੁੰਨ ਦਾਨ ਦਿਨ ਕਰਤ ਬਤਾਏ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਇਓ। ਜਦੋਂ ਧੰਨ ਕਲਗੀਧਰ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨ ਸੀ, ਜਦੋਂ ਸਾਲਸਰਾਏ ਜੌਹਰੀ ਦੀ ਹਵੇਲੀ ਵਿੱਚ ਗਏ ਮਹਾਰਾਜ ਜੀ ਨੇ, ਸਾਲਸਰਾਏ ਜੌਹਰੀ ਨੇ ਅਦਰ ਕੇ ਗੁਲਾਮ ਨੇ ਪੁੱਛਿਆ ਮਹਾਰਾਜ ਹੁਣ ਕਦੋਂ ਆਓਗੇ? ਜਾ ਤਾਂ ਰਹੇ ਹੋ। ਜਦੋਂ ਪ੍ਰਸ਼ਾਦਾ ਪਾਣੀ ਛਕ ਕੇ ਜਾਣ ਲੱਗੇ ਫਿਰ ਧੰਨ ਗੁਰੂ ਨਾਨਕ ਮਹਾਰਾਜ ਨੇ ਕਿਹਾ 10ਵਾਂ ਜਾਮਾ ਤੁਹਾਡੀ ਹਵੇਲੀ ਵਿੱਚ ਆਵਾਂਗੇ, ਪਟਨੇ ਦੀ ਧਰਤੀ ਦੇ ਉੱਤੇ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੋ ਰਾਜਾਂ ਦੀ ਸੰਧੀ ਕਰਾਉਣ ਵਾਸਤੇ ਅੱਗੇ ਸ਼ਾਮ ਨੂੰ ਚਲੇ ਗਏ। ਮਾਤਾ ਗੁਜਰੀ ਜੀ, ਮਾਮਾ ਕਿਰਪਾਲ ਚੰਦ ਜੀ ਤੇ ਹੋਰ ਮੁਖੀ ਸਿੱਖਾਂ ਨੂੰ ਸਾਲਸਰਾਏ ਜੌਹਰੀ ਦੀ ਹਵੇਲੀ ਵਿੱਚ ਛੱਡ ਕੇ ਤੇ ਮਹਾਰਾਜ ਅੱਗੇ ਚਲੇ ਗਏ। ਫਿਰ ਧੰਨ ਬਾਜਾਂ ਵਾਲੇ ਦਾ ਅਵਤਾਰ ਹੋਇਆ ਬਾਅਦ ਦੇ ਵਿੱਚ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਫਿਰ ਆਪਣੀ ਸਵੈ ਜੀਵਨੀ ਆਪ ਲਿਖਦੇ ਹਨ। ਕਹਿਣ ਲੱਗੇ ਭਾਈ ਮੈਂ ਤੁਹਾਨੂੰ ਆਪਣੀ ਕਥਾ ਸੁਣਾਉਣਾ ਇੱਕ ਦਿਨ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਆਪਣੀ ਜੀਵਨ ਕਥਾ ਸੁਣਾ ਰਹੇ ਨੇ। ਕਹਿਣ ਲੱਗੇ ਬਈ ਉਹ ਸਾਡਾ ਜਿਹੜਾ ਪਾਵਨ ਪਿੱਤਰ ਅਵਤਾਰ ਹੋਇਆ ਨਾ, ਕਿੱਥੇ? ਪਟਨਾ ਸ਼ਹਿਰ ਵਿਖੇ ਪਾਵ ਲਇਓ ਤਹੀ ਪ੍ਰਕਾਸ਼ ਮਾਰਾ ਭਇਓ। ਪਟਨਾ ਸ਼ਹਿਰ ਵਿਖੇ ਪਾਵ ਲਇਓ ਤਹੀ ਪ੍ਰਕਾਸ਼ ਹਮਾਰਾ ਭਇਓ। ਪਟਨਾ ਸ਼ਹਿਰ ਵਿਖੇ ਪਾਵ ਲਇਓ ਤਹੀ ਪ੍ਰਕਾਸ਼ ਹਮਾਰਾ ਭਇਓ। ਪਟਨਾ ਸ਼ਹਿਰ ਵਿਖੇ ਪਾਵ ਲਇਓ, ਪਟਨਾ ਸ਼ਹਿਰ ਵਿਖੇ ਪਾਵ ਲਇਓ, ਪਟਨਾ ਸ਼ਹਿਰ ਵਿਖੇ ਪਾਵ ਲਇਓ। ਗੱਜ ਕੇ ਬਈ ਗੱਜ ਕੇ ਬੋਲੋ ਸਾਰੇ। ਆਪਾਂ ਆਪਣੇ ਪਿਤਾ ਦੇ ਨਾਨਕੇ ਆਏ ਹੋਏ ਆ, ਗੱਜ ਕੇ ਬੋਲੋ ਖੁਸ਼ੀਆਂ ਦੇ ਵਿੱਚ ਆ ਕੇ। जी तही प्रकाश हमारा भयो, तही प्रकाश हमारा भयो, प्रकाश हमारा भयो, तही प्रकाश हमारा भयो, तही प्रकाश हमारा भयो, तही प्रकाश हमारा भयो। कलगीधर पातशाह महाराज ਦਾ ਅਵਤਾਰ ਹੋਇਆ। ਗੁਰੂ ਤੇਗ ਬਹਾਦਰ ਮਹਾਰਾਜ ਉਸ ਵਕਤ ਕੋਲ ਨਹੀਂ ਸਨ, ਅਸ਼ਾਮ ਦੀ ਧਰਤੀ ਤੇ ਗਏ ਹੋਏ ਸੀ ਪਾਤਸ਼ਾਹ। ਫਿਰ ਇਧਰ ਕੜਾਮ ਦੀ ਧਰਤੀ ਤੇ ਰਹਿਣ ਵਾਲਾ ਫਕੀਰ ਭੀਖਮ ਸ਼ਾਹ ਅੰਮ੍ਰਿਤ ਵੇਲੇ ਉੱਠਿਆ, ਅੱਗੇ ਰੋਜ਼ ਮੱਕੇ ਕੰਨੀ ਮੁਖ ਕਰਕੇ ਨਵਾਜ਼ ਕਰਦਾ, ਪਰ ਅੱਜ ਪਟਨੇ ਦੀ ਧਰਤੀ ਕੰਨੀ ਨੂੰ ਨਵਾਜ਼ ਕਰਨ ਲੱਗ ਪਿਆ। ਚੇਲੇ ਸੀ ਸਾਰੇ ਮਗਰ ਪੈ ਗਏ, ਕਹਿੰਦੇ ਉਹ ਤੂੰ ਅੱਗੇ ਰੋਜ਼ ਮੱਕੇ ਦੀ ਧਰਤੀ ਕੰਨੀ ਮੁਖ ਕਰਕੇ ਨਵਾਜ਼ ਕਰਦਾ ਹੈ ਤੇ ਅੱਜ ਤੂੰ ਇਧਰਲੇ ਪਾਸੇ ਨੂੰ ਲੱਗਿਆ ਪਿਆ। ਫਿਰ ਉਹ ਪਤਾ ਉਹਨੇ ਕੀ ਆਖਿਆ, ਜਿਸ ਨੂਰ ਬਾਜ ਤੇ ਮੈਂ ਪੱਛਮ ਨਵਾਜ਼ ਕਰਾਂ
ਉਹ ਮੈਂ ਮੱਕੇ ਦੀ ਕਿੰਨੀ ਤਾਂ ਨਵਾਜ਼ ਕਰਦਾ ਸੀ। ਮੱਕੇ ਦਾ ਮਾਲਕ ਮੱਕੇ ਦੇ ਵਿੱਚ ਸੀ। ਜਿਸ ਨੂਰ ਬਾਗ ਤੇ ਮੈਂ ਪੱਛਮ ਨਵਾਜ਼ ਕਰਾਂ, ਉਸੇ ਦਾ ਹੀ ਦਿਸਦਾ ਪੂਰਬ ਵੱਲ ਚਾਨਣਾ। ਕਹਿੰਦੇ ਅੱਜ ਮੱਕੇ ਦਾ ਮਾਲਕ ਪੂਰਬ ਦੀ ਧਰਤੀ ਉੱਤੇ ਤਨ ਮਾਤਾ ਗੁਜਰੀ ਦੀ ਪਾਵਨ ਪਿੱਤਰ ਕੁੱਖ ਨੂੰ ਭਾਗ ਲਾ ਕੇ ਅੱਜ ਪਟਨੇ ਦੀ ਧਰਤੀ ਤੇ ਆ ਗਿਆ। ਚੇਲਿਆਂ ਨੇ ਕਿਹਾ ਭੰਗ ਪੀਦੀ ਸਾਡੇ ਗੁਰੂ ਨੇ। ਕਹਿਣ ਲੱਗਿਆ ਨਹੀਂ ਬੱਚਿਓ, ਭੰਗ ਨਹੀਂ ਪੀਤੀ, ਚਲੋ ਮੈਂ ਤੁਹਾਨੂੰ ਫਿਰ ਦਿਖਾਵਾਂ ਉਸ ਮੱਕੇ ਦੇ ਮਾਲਕ ਨੂੰ। ਚਲੋ ਮੈਂ ਜਾ ਕੇ ਅੱਜ ਤੁਹਾਨੂੰ ਦਿਖਾ ਦਿੰਦਾ ਹਾਂ। ਇਹੀ ਗੱਲ ਆਖੀ ਹੋਣੀ ਹੈ ਨਾ ਜਦੋਂ ਸੰਤ ਮਹਾਰਾਜ ਬਾਬਾ ਤਰ ਸਿੰਘ ਮਹਾਰਾਜ ਦਾ ਅਵਤਾਰ ਹੋਇਆ। ਫੜਾ ਜੋ ਸਾਡੀ ਸ਼ੀਸ਼ੀ ਅੰਮ੍ਰਿਤ ਦੀ, ਅੰਮ੍ਰਿਤ ਦੀ ਸ਼ੀਸ਼ੀ ਫੜਾ ਦਿੱਤੀ। ਜਦੋਂ ਸ਼ੀਸ਼ੀ ਫੜਾ ਕੇ ਮੱਥਾ ਟੇਕਿਆ ਨਾ ਬਾਬਾ ਕਰਮ ਸਿੰਘ ਮਹਾਰਾਜ ਜੀ ਨੇ, ਜਦੋਂ ਮੁੱਖ ਉੱਪਰ ਨੂੰ ਚੁੱਕ ਕੇ ਵੇਖਿਆ, ਨਾ ਉੱਥੇ ਸਾਧੂ ਹੈ ਨਾ ਉੱਥੇ ਸ਼ੀਸ਼ੀ ਹੈ। ਬੋਲੋ ਸਤਨਾਮ ਵਾਹਿਗੁਰੂ। ਫਿਰ ਇੱਥੇ ਗੁਰਬਾਣੀ ਦੀ ਪੰਕਤੀ ਕਹੀ ਜਾ ਸਕਦੇ ਨੇ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰ। ਵੀ ਆਪ ਨਾਰਾਇਣ ਖੁਦ ਪਰਮਾਤਮਾ ਨੇ ਭੇਜਿਆ ਸੰਤ ਬਾਬਾ ਤਰ ਸਿੰਘ ਮਹਾਰਾਜ ਜੀ ਨੂੰ, ਭੇਜਿਆ ਨਹੀਂ, ਖੁਦ ਆਪ ਚੱਲ ਕੇ ਆਏ। ਬੋਲੋ ਸਤਨਾਮ ਵਾਹਿਗੁਰੂ। ਉਹ ਤੁਹਾਡੇ ਤਾਂ ਏਡੇ ਵੱਡੇ ਭਾਗ ਨੇ, ਏਡੀ ਵੱਡੀ ਕਿਸਮਤ ਹੈ ਤੁਹਾਡੀ, ਜਿਸ ਇਸ ਗ੍ਰਹਿ ਵੇਖੇ ਇਸ ਘਰ ਦੇ ਵਿੱਚ ਸੰਤ ਬਾਬਾ ਤਰ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਿਤਰਾਗਮਨ ਪੁਰਬ ਹੋਇਆ। ਚਲੋ ਮੈਂ ਫਿਰ ਤੁਹਾਨੂੰ ਦਿਖਾਵਾਂ। ਕਹਿੰਦੇ ਹਾਂ ਦਿਖਾ ਚੱਲ। ਚਲੋ ਲੈ ਕੇ ਫਿਰ ਪੀਰ ਉਹਨਾਂ ਚੇਲਿਆਂ ਨੂੰ ਤੁਰ ਪਿਆ। ਚਲੋ ਮੈਂ ਤੁਹਾਨੂੰ ਜਾ ਕੇ ਉਸ ਗੁਰੂ ਦੇ ਦਰਸ਼ਨ ਕਰਾਵਾਂ। ਉਹ ਜਿਹੜਾ ਅੱਜ ਮੱਕੇ ਦਾ ਮਾਲਕ ਹੈ, 100 ਚੇਲੇ ਚਰਨਾਂ ਵਿੱਚ ਜੋੜਾ ਲਾਤਾ, ਫਕੀਰ ਨੇ ਭੱਜਿਆ ਜਾਂਦਾ। ਉਹ ਕਹਿੰਦੇ ਓਏ ਹੌਲੀ ਹੌਲੀ ਤਾਂ ਤੁਰ। ਕਹਿੰਦਾ ਹੌਲੀ ਨਹੀਂ ਹੁਣ ਤੁਰਨਾ, ਹੁਣ ਮੈਂ ਛੇਤੀ ਛੇਤੀ ਜਾਣਾ ਹੈ। ਤੇ ਫਕੀਰ ਭੱਜਿਆ ਜਾਂਦਾ, ਚੇਲੇ ਭੱਜ ਕੇ ਨਾਲ ਰਲਦੇ ਨੇ। ਤੇ ਫੇਰ ਚੇਲਿਆਂ ਨੇ ਆਖਿਆ ਕੋਈ ਨਹੀਂ ਤੂੰ ਹੌਲੀ ਤੱਕ ਕਹਿਣਾ, ਉਹਨਾਂ ਚਿਰ ਤਾਂ ਮੈਂ ਮੁਖ ਵਿੱਚ ਜਲ ਪਾਣੀ ਨਹੀਂ ਪਾਉਣਾ ਹੀ ਨਹੀਂ ਜਿੰਨਾ ਚਿਰ ਮੈਂ ਉਸ ਮੱਕੇ ਦੇ ਮਾਲਕ ਦੇ ਜਾ ਕੇ ਦਰਸ਼ਨ ਨਾ ਕਰਾਂ, ਉਹਨਾਂ ਚਿਰ ਮੈਂ ਕੁਝ ਨਹੀਂ ਮੁਖ ਵਿੱਚ ਪਾਉਣਾ। ਫਕੀਰ ਭੱਜਿਆ ਜਾਂਦਾ, ਨਾਲੇ ਕਹਿੰਦਾ ਜਾਂਦਾ ਉਹ ਛੇਤੀ ਛੇਤੀ ਮੁੱਕ ਪੈਂਡਿਆ। ਰਸਤੇ ਨੂੰ ਕਹਿੰਦਾ ਉਹ ਤੂੰ ਮੜਾ ਜਾ ਛੇਤੀ ਮੁੱਕ ਜਾ ਜਰ, ਮੈਂ ਜਾ ਕੇ ਬਾਜਾਂ ਵਾਲੇ ਦੇ ਦਰਸ਼ਨ ਕਰ ਲੈਣਾ। ਛੇਤੀ ਛੇਤੀ ਮੁੱਕ ਪੈਂਡਿਆ, ਮੈਂ ਤਾਂ ਕਰਨੇ ਦਿਦਾਰੇ ਗੁਰਾਂ ਦੇ। ਛੇਤੀ ਛੇਤੀ ਮੁੱਕ ਪੈਂਡਿਆ, ਕਰਨੇ ਦਿਦਾਰੇ ਗੁਰਾਂ ਦੇ। ਮੈਂ ਤਾਂ ਕਰਨੇ ਦਿਦਾਰੇ ਗੁਰਾਂ ਦੇ। ਤੂੰ ਛੇਤੀ ਛੇਤੀ ਮੁੱਕ ਪੈਂਡਿਆ, ਕਰਨੇ ਦਿਦਾਰੇ ਗੁਰਾਂ ਦੇ। ਛੇਤੀ ਮੁੱਕ ਪੈਂਡਿਆ, ਮੈਂ ਤਾਂ ਕਰਨੇ ਦਿਦਾਰੇ ਗੁਰਾਂ ਦੇ। ਛੇਤੀ ਛੇਤੀ ਮੁੱਕ ਪੈਂਡਿਆ, ਕਰਨੇ ਦਿਦਾਰੇ ਗੁਰਾਂ ਦੇ। ਸੰਤ ਮਹਾਰਾਜ ਬਾਬਾ ਤਰ ਸਿੰਘ ਮਹਾਰਾਜ ਦੀ ਮਲਵਈ ਧਾਰਨ ਹੈ। ਕਿਉਂਕਿ ਕਹਿੰਦੇ ਉਹ ਛੇਤੀ ਛੇਤੀ ਮੁੱਕ ਪੈਂਡਿਆ, ਮੈਂ ਤਾਂ ਕਰਨੇ ਦਿਦਾਰੇ ਬਾਜਾਂ ਵਾਲੇ ਦੇ। ਛੇਤੀ ਛੇਤੀ ਮੁੱਕ ਪੈਂਡਿਆ, ਉਹ ਮੈਂ ਤਾਂ ਕਰਨੇ ਦਿਦਾਰੇ ਬਾਜਾਂ ਵਾਲੇ ਦੇ। ਛੇਤੀ ਛੇਤੀ ਮੁੱਕ ਪੈਂਡਿਆ, ਵਾਲੇ ਦੇ। ਛੇਤੀ ਛੇਤੀ ਮੁੱਕ ਪੈਂਡਿਆ, ਮੈਂ ਤਾਂ ਕਰਨੇ ਦਿਦਾਰੇ ਗੁਰਾਂ ਦੇ। ਛੇਤੀ ਛੇਤੀ ਮੁੱਕ ਪੈਂਡਿਆ। ਵਾਹਿਗੁਰੂ। ਧੰਨ ਕਲਗੀਧਰ ਪਾਤਸ਼ਾਹ ਮੈਂ ਪਟਨੇ ਦੀ ਧਰਤੀ ਦੇ ਉੱਤੇ ਪਹੁੰਚ ਗਿਆ। ਫਕੀਰ 100 ਚੇਲਾ ਨਾਲ ਹੈ। ਰਸਤੇ ਵਿੱਚ ਜਿੱਥੇ ਖੜਦਾ ਨਾ ਉੱਥੇ ਐ ਸਿੱਧਾ ਜਿਵੇਂ ਬਾਬਾ ਜੀ ਕਹਿੰਦੇ ਸੀ ਨਾ, ਡੰਡਾਉਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ। ਡੰਡੇ ਵਾਂਗੂ ਸਿੱਧਾ ਪੈ ਕੇ ਬਲ ਕੱਢ ਕੇ ਭਾਵ ਫੇਰ ਨਮਸਕਾਰ ਕਰਨੀ। ਇੱਕ ਇਸ਼ਟਾਕ ਡੰਡਾਉਤ ਜਿਵੇਂ ਬਾਬਾ ਜੀ ਦੱਸਿਆ 8 ਅੰਗ ਲਾ ਕੇ ਟਕਸਾਲ ਦੇ ਵਿੱਚ ਇਸੇ ਤਰ੍ਹਾਂ ਹੀ ਹੈ। ਬਹੁਤੇ ਸਾਧੂ ਮਹਾਂਪੁਰਖ ਨੇ ਸਿੱਧਾ ਪੈ ਕੇ ਇਸ ਤਰ੍ਹਾਂ ਨਮਸਕਾਰ ਕਰਨਗੇ। ਭਾਵ ਮਹਾਰਾਜ ਜੀ ਕੀ ਕਹਿੰਦੇ ਨੇ, ਸੀਸ ਨਵਾਏ ਗਿਰ ਪਰੈ ਬਹੁ ਪਾਪਨ ਕੀ ਪੋਟ, ਤਾਤੇ ਸੀਸ ਨਵਾਈਏ ਲੱਗੇ ਨਾ ਜਮ ਕੀ ਚੋਟ। ਇੱਕ ਮੇਰੇ ਵਰਗਾ ਹੁੰਦਾ ਇਹ ਜਾ, ਮਾਫ ਕਰਿਓ ਪਿਆਰਿਓ, ਮੈਂ ਕਿਸੇ ਤੇ ਗੱਲ ਲਾ ਕੇ ਨਹੀਂ ਕਹਿੰਦਾ, ਵੈਸੇ ਲਾ ਕੇ ਕਹਿਣੀ ਚਾਹੀਦੀ ਹੈ। ਗੁਰੂ ਨਾਲ ਲਾ ਕੇ ਕਹਿ ਦਿਓ ਕਿਸੇ ਦਾ ਜੀਵਨ ਬਣ ਜੂ। ਬੋਲੋ ਸਤਿਨਾਮ ਵਾਹਿਗੁਰੂ। ਇੱਕ ਮੇਰੇ ਵਰਗਾ ਹੁੰਦਾ, ਉੱਥੋਂ ਖੜ ਕੇ ਨਾ ਭਗਾ ਕੇ ਮਾਰਦਾ 1 ਰੁਪਈਆ, ਭਾਵੇਂ ਗ੍ਰੰਥੀ ਦੇ ਨੱਕ ਤੇ ਵੱਜੇ। ਬੋਲੋ ਸਤਿਨਾਮ।
ਸਤਨਾਮ ਵਾਹਿਗੁਰੂ ਜੀ। ਇੱਕ ਹੁੰਦਾ ਸਤਕਾਰ ਦੇ ਨਾਲ ਐ ਬੋਝ ਕੇ ਹੌਲੀ ਕਿ ਦਿਨੇ ਮਾਇਆ ਰੱਖੀ। ਮਹਾਰਾਜ ਕਹਿੰਦੇ ਐ ਘਰ ਕਰੇ ਸੋ ਐ ਘਰ ਪਾਏ। ਕਹਿੰਦੇ ਇੱਧਰਲੇ ਹੱਥ ਨੂੰ ਪਤਾ ਵੀ ਨਹੀਂ ਲੱਗਣਾ ਚਾਹੀਦਾ ਵੀ ਕਿੰਨੀ ਮਾਇਆ। ਤੇ ਜੇ ਕਿਤੇ ਮਾਫ ਕਰਿਓ ਪਿਆਰਿਓ, ਚਲੋ ਖੈਰ ਇੱਧਰਲੇ ਏਰੀਏ ਦਾ ਪਤਾ ਨਹੀਂ, ਸਾਡੇ ਏਰੀਏ 'ਚ ਤਾਂ ਥੋੜਾ ਜਿਹਾ ਹੈਗਾ। ਜੇ ਕਿਸੇ ਦੇ 5 ਰੁਪਈਏ ਨਾ ਬੋਲੋ ਨਾ, ਤੜਕੇ ਨੂੰ ਆ ਕੇ ਗ੍ਰੰਥੀ ਨੂੰ ਢਾਹ ਲੈਂਦੇ ਨੇ, ਬਾਬਾ ਤਾਂ ਬੋਲੇ ਨਹੀਂ, ਬੋਲੋ ਸਤਨਾਮ ਵਾਹਿਗੁਰੂ। ਉਹਨੂੰ ਤਾਂ ਜਾਣਦਾ, ਉਹ ਵੇਖਿਆ ਉਹਨਾਂ ਨਦਰ ਨਾ ਆਵੇ। ਸਾਡੇ ਮਹਾਂਪੁਰਖ ਅਰਥ ਕਰਦੇ ਉਹ ਵੇਖਿਆ ਉਹਨਾਂ ਨਦਰ ਨਾ ਆਵੇ। ਕਹਿੰਦੇ ਤੇਰੀਆਂ ਕਰਤੂਤਾਂ ਪ੍ਰਮਾਤਮਾ ਨੂੰ ਦੇਖਦੀਆਂ ਨੇ ਸਾਰੀਆਂ, ਉਹ ਦੇਖਦਾ ਰੱਬ, ਪਰ ਸਾਨੂੰ ਨਹੀਂ ਵੇਖਦਾ ਹੈ। ਅਸੀਂ ਤਾਂ ਇਹ ਕਹਿੰਦੇ ਵੀ ਦੇਖਦਾ ਵੀ ਇਹ ਸਾਨੂੰ, ਕੋਈ ਮੱਥਾ ਟੇਕਦੇ ਨਹੀਂ। ਫਿਰ ਇਸ ਤਰ੍ਹਾਂ ਵੀ ਐਂ ਵੀ ਹੈ ਵੀ ਕਿਤੇ ਜੇ ਮੈਂ ਥੱਲੇ ਮੱਥਾ ਟੇਕਿਆ ਨਾ, ਕਿਤੇ ਮੇਰੀ ਪੱਗ ਹੀ ਨਾ ਲਿਬੜ ਜਾਵੇ। ਪਰ ਮਹਾਰਾਜ ਜੀ ਕਹਿੰਦੇ ਜਿੰਨਾ ਚਿਰ ਮਸਤਕ ਥੱਲੇ ਨਹੀਂ ਨਾ ਲੱਗਦਾ। ਉਹ ਪੜ੍ਹਦੇ ਵੀ ਹੁੰਦੇ ਸੀ ਪਿਆਰ ਦੇ ਵਿੱਚ ਆ ਕੇ ਰੱਬ ਦੇ ਫਕੀਰ। ਕਹਿੰਦੇ ਮਨਮੁਖ, ਜਿਹੜਾ ਮਨਮੁਖ ਦੀ ਗੱਲ ਕਰਦਾ, ਮੈਂ ਗੁਰਮੁਖ ਦੀ ਨਹੀਂ ਕਰਦਾ। ਗੁਰਮੁਖ ਦੀ ਗੱਲ ਸੰਤ ਬਾਬਾ ਅਤਰ ਸਿੰਘ ਜੀ ਜਿਹੜਾ ਨਾ ਅੰਮ੍ਰਿਤਸਰ ਦੀ ਧਰਤੀ ਤੇ 1 ਘੰਟਾ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਆਪਣਾ ਮੱਥਾ ਰਗੜੀ ਗਿਆ। 1 ਘੰਟਾ 1 ਰੁਪਈਏ ਜਿੱਡਾ ਚਟਾਕ ਪੈ ਗਿਆ ਸੀ ਬਾਬਾ ਜੀ ਦੇ ਮੱਥੇ ਤੇ। ਪੁੱਛਿਆ ਸੇਵਕਾਂ ਨੇ, ਬਾਬਾ ਜੀ ਐਂ ਵੀ ਮੱਥਾ ਟੇਕਦੇ ਹੁੰਦੇ ਨੇ? ਕਹਿੰਦੇ ਭਾਈ ਜਦੋਂ ਮੈਂ ਸੰਗਤ ਵਿੱਚ ਦੀ ਆਉਂਦਾ ਸੀ ਨਾ, ਮੈਨੂੰ ਕਿਸੇ ਨੇ ਨਮਸਕਾਰ ਕਰੀ, ਕਿਸੇ ਨੇ ਮੇਰੇ ਪੈਰਾਂ ਤੇ ਹੱਥ ਲਾਇਆ, ਕਿਸੇ ਨੇ ਕਿਵੇਂ ਭਾਵਨ ਅਨੁਸਾਰ, ਮੈਂ ਤਾਂ ਉਹਦਾ ਜਿਹੜਾ ਉਧਾਰ ਗੁਰੂ ਰਾਮਦਾਸ ਨੂੰ ਮੋੜਨ ਵਾਸਤੇ ਆਇਆ। ਬੋਲੋ ਸਤਨਾਮ ਵਾਹਿਗੁਰੂ। ਤੇ ਹੁਣ ਮਨਮੁਖ ਕੀ ਕਹਿੰਦਾ? ਉਹ ਮਨਮੁਖ ਨਿਉ ਕੇ ਮੱਥਾ ਨਹੀਂ ਉਹ ਟੇਕਦਾ ਓਏ, ਕਹਿੰਦਾ ਮੇਰੀ ਪੱਗ ਨਿਉ ਕੇ ਮੱਥਾ ਨਹੀਂ ਉਹ ਟੇਕਦਾ ਓਏ, ਕਹਿੰਦਾ ਮੇਰੀ ਪੱਗ ਲਿਬੜ। ਮਨਮੁਖ ਨਿਉ ਕੇ ਮੱਥਾ ਨਹੀਂ ਉਹ ਟੇਕਦਾ, ਕਹਿੰਦਾ ਮੇਰੀ ਪੱਗ ਲਿਬੜੂ। ਮਨਮੁਖ ਨਿਉ ਕੇ ਮੱਥਾ ਨਹੀਂ ਉਹ ਟੇਕਦਾ, ਕਹਿੰਦਾ ਮੇਰੀ ਪੱਗ ਲਿਬੜੂ। ਪਹੁੰਚ ਗਿਆ, ਐ ਮੱਥਾ ਟੇਕਦਾ, ਥੱਲੇ ਪੈ ਜਾਂਦਾ, ਲੰਬਾ ਪੈ ਕੇ ਸਿੱਧਾ ਮੱਥਾ ਟੇਕਦਾ, ਫੇਰ ਉੱਠ ਖੜਦਾ, ਫੇਰ ਮੱਥਾ ਟੇਕਦਾ। ਉਹਨੂੰ ਡੰਡਾਉਤ ਕਹਿੰਦੇ ਨੇ। ਸਾਡੇ ਬਜ਼ੁਰਗ ਸੀ, ਉਹ ਡੰਡਾਉਤ ਕਰਕੇ ਜਾਂਦੇ ਹੁੰਦੇ ਸੰਤ ਬਾਬਾ ਨਰੈਣ ਸਿੰਘ ਮੋਨੀ ਜੀ ਦੇ ਸਥਾਨ ਤੇ। ਤਪੇ ਤੋਂ ਤਕਰੀਬਨ 3 ਕਿਲੋਮੀਟਰ ਪੈ ਜਾਂਦਾ ਹੈ। ਤਪੇ ਤੇ ਦਰਾਜ ਦੇ ਵਿਚਾਲੇ ਆ ਜਾਂਦਾ ਸਥਾਨ। ਸਾਡੇ ਬਜ਼ੁਰਗ ਐ ਪੈ ਕੇ ਘਰ ਤੋਂ ਲੈ ਕੇ ਨਾ ਫਿਰ ਡੰਡਾਉਤ ਕਰਦੇ ਜਾਂਦੇ ਹੁੰਦੇ। ਮੈਂ ਮੂਹਰੇ ਹੁੰਦਾ ਛੋਟਾ ਜਿਹਾ, ਫਿਰ ਉਹਨਾਂ ਕੋਲ ਇੱਕ ਡਲੀ ਜੀ ਹੁੰਦੀ, ਉਹ ਐ ਲਖੀਰ ਮਾਰ ਦਿੰਦੇ, ਫਿਰ ਖੜੇ ਹੁੰਦੇ, ਫਿਰ ਮੱਥਾ ਟੇਕਦੇ, ਫਿਰ ਇਸ ਤਰ੍ਹਾਂ ਜਾ ਕੇ ਉਹਨਾਂ ਨੇ ਡੰਡਾਉਤ ਕਰਨੀ। ਕਈ ਘੰਟੇ ਲੱਗ ਜਾਂਦੇ ਉਹਨਾਂ ਨੂੰ। ਹੁਣ ਫਕੀਰ ਵੀ ਇਸੇ ਤਰ੍ਹਾਂ ਹੀ ਕਰਦਾ, ਮੱਥਾ ਟੇਕਦਾ, ਫਿਰ ਖੜਾ ਹੋ ਜਾਂਦਾ। ਜਦੋਂ ਜੂਹ ਅੰਦਰ ਚਲਿਆ ਗਿਆ ਨਾ, ਫਿਰ ਉੱਥੋਂ ਦੀ ਧੂੜੀ ਚੁੱਕੀ ਐ ਮਸਤਕ ਨਾਲ ਲਾਉਣ ਲੱਗ ਗਿਆ। ਕਹਿਣ ਲੱਗੇ ਚੇਲੇ ਅੱਧੇ, ਚਲੋ ਕੁਝ ਸ਼ਰਧਾਵਾਨ ਵੀ ਹੁੰਦੇ ਨੇ, ਕੁਝ ਕੁ ਦੂਜੇ ਸੀ। ਕਹਿੰਦੇ ਫਕੀਰ ਜਿਹੜਾ ਨਾ ਇਹਦੇ ਦਿਮਾਗ ਵਿੱਚ ਫਰਕ ਪੈ ਗਿਆ। ਕਹਿੰਦਾ ਫਰਕ ਨਹੀਂ ਪਿਆ, ਗੱਲ ਸੁਣੋ। ਅੱਜ ਇਸ ਪਟਨੇ ਦੀ ਧਰਤੀ ਉੱਤੇ ਨਾ ਜੀ ਧਰ ਪਟਨਾ ਸਾਹਿਬ ਦੀਏ, ਸਾਡੇ ਮਹਾਂਪੁਰਖਾਂ ਦੀਆਂ 2 ਹੀ ਲਾਈਨਾਂ ਨੇ। ਹੈ ਤਾਂ ਕਵਿਤਾ ਵੱਡੀ, ਪਰ 2 ਹੀ ਲਾਈਨਾਂ ਬੋਲੂ ਮੈਂ। ਜੀ ਧਰ ਪਟਨਾ ਸਾਹਿਬ ਦੀਏ, ਤੈਨੂੰ ਤਾਂ ਕੋਟ ਮੁਬਾਰਕ ਮੇਰੀ। ਧਰ ਪਟਨਾ ਸਾਹਿਬ ਦੀਏ, ਉਹ ਤੈਨੂੰ ਕੋਟ ਮੁਬਾਰਕ ਮੇਰੀ। ਧਰ ਪਟਨਾ ਸਾਹਿਬ ਦੀਏ, ਤੈਨੂੰ ਕੋਟ ਮੁਬਾਰਕ ਮੇਰੀ। ਧਰ ਪਟਨਾ ਸਾਹਿਬ ਦੀਏ, ਤੈਨੂੰ ਕੋਟ ਮੁਬਾਰਕ ਮੇਰੀ। ਉਹ ਧਰ ਪਟਨਾ ਸਾਹਿਬ ਦੀਏ, ਤੈਨੂੰ ਕੋਟ ਮੁਬਾਰਕ ਮੇਰੀ। ਧਰ ਪਟਨਾ ਸਾਹਿਬ ਦੀਏ, ਤੈਨੂੰ ਕੋਟ ਮੁਬਾਰਕ ਮੇਰੀ। ਉਹ ਲੈ ਕੇ ਸੰਗ ਪੀਰਾਂ ਨੂੰ, ਉਹ ਭੀਖਮ ਸ਼ਾਹ ਜਦ ਪਟਨੇ ਵੜਿਆ। ਲੈ ਕੇ ਸੰਗ ਪੀਰਾਂ ਨੂੰ, ਭੀਖਮ ਸ਼ਾਹ ਜਦ ਪਟਨੇ ਵੜਿਆ। ਉਹ 100 ਸਿਜਦੇ ਕਰਦਾ ਸੀ, ਉਹ ਕਲਮਾਂ ਨਾਲ ਸਿਦਕ ਦੇ ਪੜਿਆ। 100 ਸਿਜਦੇ ਕਰਦਾ ਸੀ, ਕਲਮਾਂ ਨਾਲ ਸਿਦਕ ਦੇ ਪੜਿਆ। ਉਹ ਲਾ ਮਿੱਟੀ ਮਸਤਕ ਨੂੰ, ਕੀ ਲਾ ਮਿੱਟੀ ਮਸਤਕ ਨੂੰ, ਆਖਿਆ ਧੰਨ ਧੰਨ ਲੱਖ ਵੇਰੀ। ਧਰ ਪਟਨਾ ਸਾਹਿਬ ਦੀਏ, ਤੈਨੂੰ ਕੋਟ ਮੁਬਾਰਕ ਮੇਰੀ। ਹਾਂ ਧਰ ਪਟਨਾ ਸਾਹਿਬ ਦੀਏ, ਤੈਨੂੰ ਕੋਟ ਮੁਬਾਰਕ ਮੇਰੀ। ਧਰ ਪਟਨਾ ਸਾਹਿਬ ਦੀਏ, ਤੈਨੂੰ ਕੋਟ ਮੁਬਾਰਕ ਮੇਰੀ। ਧਰ ਪਟਨਾ ਸਾਹਿਬ ਦੀਏ, ਤੈਨੂੰ ਕੋਟ ਮੁਬਾਰਕ ਮੇਰੀ। ਬਸ ਨਮਸਕਾਰ ਕਰਦਾ ਅੱਜ ਸਾਲ ਸਰਾਏ ਜੌਹਰੀ ਦੀ ਹਵੇਲੀ ਦੇ ਅੱਗੇ ਜਾ ਕੇ ਬੈਠ ਗਿਆ। ਮਾਮਾ ਕਿਰਪਾਲ ਚੰਦ ਜੀ ਆਏ।
आके मामा कृपाल चंद ने देखा एक फकीर है मुसलमान 100 चेला नाल है जिहड़ा बगावत हो रही है इस तरह छेड़छाड़ है गुरु घर दे नाल किते होर भेस विच ना आ गया होवे ते धन कलगीधर पातशाह महाराज जी छोटी जी अवस्था है फकीर बार विच बह गया मामा कृपाल चंद ने आके मत्था टेकिया फकीरा किवें आया कहदा साहबजादे दे दर्शन करना मक्के दा मालक साडे मक्के दा मालक अज तुहाडे घर विच आया प्यार विच आके मामा कृपाल जी चंद जी कहन लगे एक तां ठंड है एक साहबजादा छोटा है तीजा हजे पिता श्री गुरु तेग बहादुर महाराज जी ने दर्शन नहीं करे वो नहीं आए तैनू किते फेर दर्शन करा दांगे। ओहो फकीर बार विच बह गया कहन लग्या अच्छा जदों गुरु तेग बहादुर महाराज दे दर्शन करे फेर कराओगे कहंदे हाँ फकीर बार दे विच एक पासे हो के बह गया उन्ना चिर मैं जांदा नहीं हाँ जिन्ना चिर साहबजादे दे दर्शन नहीं हुंदे। मामा कृपाल चंद जी कहने लगे जल पानी तैयार है वस्त्र लै जाओ माया लै जाओ होर जिहड़ी चीज मर्जी लै जाओ पर साहबजादे दे तुहानू दर्शन नहीं हो सकते। फकीर कहने लगे वापस नहीं मुड़दा ना मैं जल छका ना पानी ना चाह ना दुध कुछ नहीं पींदा। प्यार विच आके मामा कृपाल चंद जी अंदर गए माता गुजरी जी कोले एक फकीर बैठा है बार विच वो कहना मैनू साहबजादे दे दर्शन करा दो। माता गुजरी जी कहन लगे जिन्ना चिर गुरु तेग बहादुर महाराज जी नहीं आउंदे दूजी ठंड बहुती है अजे बालक बहुता छोटा है जिहड़ा बाल गोबिंद राय महाराज जी बहुते छोटे ने अजे नहीं दर्शन ने कह दो फकीर नूं किते फेर आ जूगा। ते मामा कृपाल चंद जी ने आके फकीरा तू किते फेर आ जी कुछ लै जाना लैके नहीं मैं कुछ जाना क्यों उन्ना चिर मैं वापस नहीं जाना जिन्ना चिर साहबजादे दे दर्शन पहला तो एक पासे बैठा जी फिर जमा विचाले बह गया जमा गेट दे कहंदा ना लंघण देवां ते ना लंघा बोलो सतनाम वाहिगुरू जी उन्ना चिर मैं लंघण नहीं दिंदा किसी नूं भी जिन्ना चिर साहबजादे दे दर्शन नहीं हुंदे। ते जिस वक्त मामा कृपाल चंद जी ने आके माता गुजरी जी नूं कहा कहन लगे वो फकीर तां बैठा है इहो ही गल मिलदी जुलदी जदों संत बाबा अतर सिंह महाराज जी आखिरी सवास गुरुद्वारा ज्योति स्वरूप साहब संगरूर शहर के विचकार आ जांदा स्थान उत्थे महाराज जी भी पए सन संगतां ने बहुत ने आके कहा महाराज जी कृपा कर दो दर्शन दे दो सानू दर्शन ददारे बख्शिश कर दो। बाबा बिशन सिंह जी महाराज एडे बली सिद्ध पुरुष होए ने महापुरख बाबा बिशन सिंह जी तो संत बाबा गुरदेव सिंह जी ने 5 ग्रंथी पढ़ी सी ਉਹ ਦਾਦੇ ਕਹਿੰਦੇ 1 ਰੁਪਈਆ ਠੋਲੂ ਦਾ ਜਿਹੜਾ ਹੁੰਦਾ ਨੇ 1 ਰੁਪਈਆ ਲੈ ਕੇ ਇਸ ਤਰ੍ਹਾਂ ਬਾਬਾ ਜੀ ਐ ਮਲ ਦਿੰਦੇ ਹੁੰਦੇ ਕਹਿੰਦੇ ਉਹਦਾ ਰਿੱਤਾ ਬਣਾ ਦਿੰਦੇ ਸੀ ਦੇਖੋ ਕਿੱਡੇ ਕ ਬਲੀ ਪੁਰਸ਼ ਹੋਣਗੇ। ਕਹਿੰਦੇ ਇੱਕ ਬਹੁਤ ਜਿਹੜਾ ਉਹ ਝੋਟਾ ਮਾਰਦਾ ਸੀ ਪਿੰਡ ਕਾਂਜਲੇ ਨਗਰ ਨੇ ਆ ਕੇ ਕਿਹਾ ਬਾਬਾ ਜੀ ਸਾਡੇ ਨਗਰ ਦੇ ਵਿੱਚ ਨੇ ਇੱਕ ਝੋਟਾ ਉਹ ਬਹੁਤ ਮਾਰਦਾ ਹੈ ਤੇ ਕਿਰਪਾ ਕਰੋ। ਕਹਿੰਦੇ ਆ ਸਾਡਾ ਇੱਕ ਜਰਨੈਲ ਲੈ ਜਾਓ ਕੌਣ ਬਾਬਾ ਬਿਸ਼ਨ ਸਿੰਘ ਜੰਗੀ ਜਰਨੈਲ ਕਹਿੰਦੇ ਹੁੰਦੇ ਜਦੋਂ ਲੈ ਗਏ बाबा जी ना बाबा जी गए अगे झोटा कहते टोबे दे विच बैठा सी ते जाके आवाज मारी झोटा के नीवी पा के खड़ गया इस तरह बाबा जी ने कन्न तो फड़िया मस्तूणा सब ले आंदा कहते भाई विछड़िया हो के सिख है बोलो सतनाम। फिर उन्होंने जड़ा ना वो काम ते सेवा विच लाता कहने तो भाव मस्तूणा साहब की पवित्र धरती उत्ते मैं अर्ज कर रहा सी ओहे जे महापुरख बिशन सिंह बाबा जी जेड़े अंदर सी ना संत महाराज कोले वो भी यही गल कह रहे सी पर इधर फकीर बार विच बैठा है बस एक कोई अरदास बेनती करता ओ मैनू एक बारी दर्श सेवको सानू एक बारी दर्श करा दो 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 सेवको सानू एक बारी एक बारी दर्शन करा दो सेवको सानू एक बारी। फकीर बार विच बह गया
ਵਾਰੀ ਵਾਰੀ ਅਰਜ਼ ਕਰਦਾ ਹੈ, ਇੱਕ ਵਾਰੀ ਕਿਰਪਾ ਕਰਕੇ ਮੈਨੂੰ ਦਰਸ਼ਨ ਦੇ ਦਿਓ। ਸਾਹਿਬਜ਼ਾਦੇ ਨੂੰ ਇੱਕ ਵਾਰੀ ਲਿਆਓ, ਬਸ ਬਾਹਰ ਵਿੱਚੋਂ ਖੜ ਕੇ ਨਾ ਆਏ। ਜਦੋਂ ਮੈਨੂੰ ਤੁਸੀਂ ਅੰਦਰ ਖੜ ਜਾਓ, ਮੈਂ ਬਾਹਰ ਖੜ ਜਾਊਂਗਾ। ਤੇ ਜਦੋਂ ਦਰਸ਼ਨ ਹੋ ਗਏ, ਮੈਂ ਉਸੇ ਵਕਤ ਵਾਪਸ ਮੁੜ ਜਾਊਂਗਾ, ਫੇਰ ਨਹੀਂ ਮੈਂ ਖੜਦਾ ਹਾਂ। ਕਿਉਂਕਿ ਰੱਥ ਬਣ ਕੇ ਕਹਿ ਰਿਹਾ ਹੈ, ਉਹ ਅੜਦੇ ਨਹੀਂ ਖੜਦੇ ਨਹੀਂ ਮੁੜ ਜਾਵਾਂਗੇ। क्योंकि गुरबाणी विच फरमान है, महाराज जी कहंदे जिन को लगी प्यास ਅੰਮ੍ਰਿਤ ਸੇਈ ਖਾਹੇ। ਕਹਿੰਦੇ ਜਿਨ੍ਹਾਂ ਨੂੰ ਪਿਆਸ ਲੱਗੀ ਹੈ ਨਾ, ਉਦਾਹਰਣ ਤੌਰ ਤੇ ਲਾ ਲਓ, ਹੁਣ ਅੱਗੇ ਗਰਮੀ ਆ ਗਈ, ਗਰਮੀ ਦਾ ਮਹੀਨਾ ਹੋਵੇ, ਕੋਈ ਮਨੁੱਖ ਸਾਡੇ ਘਰ ਆ ਜਾਵੇ, ਉਹਨੂੰ ਅਸੀਂ ਪਾਣੀ ਦਾ ਗਲਾਸ ਭਰ ਕੇ ਦੇ ਦਈਏ ਫ੍ਰਿਜ ਵਿੱਚੋਂ, ਵਧੀਆ ਠੰਡਾ ਪਾਣੀ, ਉਹ ਹੱਥ ਵਿੱਚ ਫੜ ਕੇ ਇਸ ਤਰ੍ਹਾਂ ਗੱਲਾਂ ਮਾਰੀ ਜਾਊਗਾ, ਕਦੋਂ ਪੀਵਾਂ, ਕਿੰਨਾ ਕੁ ਪੀਵਾਂ, ਉਹ ਸਮਝ ਲਓ ਵੀ ਉਹਨੂੰ ਪਿਆਸ ਨਹੀਂ ਲੱਗੀ ਹੈ। ਇੱਕ ਮਨੁੱਖ ਐਸਾ ਹੈ, ਟੂਟੀ ਤੋਂ ਨਲਕੇ ਤੋਂ ਭਰ ਕੇ ਤੁਸੀਂ ਪਾਣੀ ਦਾ ਗਲਾਸ ਦੇ ਦਿਓ, ਉਹਨੇ ਗੱਲਾਂ ਬਾਅਦ ਚ ਮਾਰਨੀਆਂ, ਪਹਿਲਾਂ ਗੱਟ ਗੱਟ ਕਰਕੇ ਪੀ ਜਾਣੇ, ਸਮਝ ਲਓ ਉਹਨੂੰ ਪਿਆਸ ਲੱਗੀ ਹੈ। ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਨੂੰ ਗੁਰੂ ਦੇ ਦਰਸ਼ਨਾਂ ਦੀ, ਗੁਰੂ ਦੇ ਅੰਮ੍ਰਿਤਮਈ ਬਚਨਾਂ ਦੀ ਪਿਆਸ ਲੱਗੀ ਹੈ, ਉਹ ਆ ਕੇ ਚੌਂਕੜਾ ਮਾਰ ਕੇ ਬੈਠ ਜਾਂਦੇ ਨੇ, ਆਨੰਦ ਮਾਣਦੇ ਨੇ, ਫਿਰ ਉਹ ਸਾਡੇ ਬਾਬੇ ਦੀ, ਸਾਡੇ ਮਹਾਂਪੁਰਖ ਦੀ ਵਡਿਆਈ ਕਰਦੇ ਨੇ ਆ ਕੇ। ਦੂਸਰੇ ਧਰਮ ਵਾਲੇ ਕਰਨ ਫੇਰ ਆਨੰਦ ਹੈ। ਤੇ ਹੁਣ ਬੈਠਾ ਫਕੀਰ ਬਾਹਰ ਵਿੱਚ ਬੈਠ ਗਿਆ, ਮਾਮਾ ਕਿਰਪਾਲ ਚੰਦ ਜੀ ਕਹਿੰਦੇ ਜਾਂਦਾ ਨਹੀਂ, ਕਹਿੰਦਾ ਨਹੀਂ ਜਾਂਦਾ, ਕੀ ਕਰ ਲੇਗਾ ਮੇਰਾ, ਕਹਿੰਦਾ ਅਸੀਂ ਤਾਂ ਕੀ ਕਰ ਸਕਦੇ। ਫਕੀਰ ਬਾਹਰ ਵਿੱਚ ਬੈਠ ਗਿਆ, ਕਹਿੰਦਾ ਕੀ ਹੈ ਜੀ, ਪੀਰ ਤਾਂ ਬਹਿ ਗਿਆ ਬੂਹਾ ਮੱਲ ਕੇ, ਬਾਹਰ ਵਿੱਚ ਬੈਠੂਗਾ ਨਾ, ਜਮਾ ਅੰਦਰ ਵੀ ਨਹੀਂ, ਨਾ ਤੁਹਾਨੂੰ ਬਾਹਰ ਜਾਣ ਦੇਵਾਂ ਨਾ ਅੰਦਰ ਜਾਣ ਦੇਵਾਂ, ਬਾਹਰ ਵਿੱਚ ਬਹਿ ਗਿਆ ਉੱਥੇ ਜਮਾ जी। पीर तां बह गया बूहा मल के, दर्शन करके जाऊंगा, पीर तां बह गया बूहा मल के, दर्शन करके जाऊंगा, पीर तां बह गया बूहा मल के, दर्शन करके जाऊंगा, पीर तां बह गया बूहा मल के, दर्शन करके जाऊंगा, पीर तां बह गया बूहा मल के, दर्शन करके जाऊंगा, पीर तां बह गया बूहा मल के, दर्शन करके जाऊंगा, ओ पीर तां बह गया बूहा मल, ओ तां बह गया बूहा मल के, दर्शन करके जाऊंगा, पीर तां बह गया बूहा मल के, दर्शन करके जाऊंगा, पीर तां बह गया बूहा मल के, दर्शन करके जाऊंगा, पीर तां बह गया बूहा मल के, दर्शन करके जाऊंगा, बूहा मल के।
मार के जाऊंगा। फकीर कहना नहीं जानता जिन्ना च दर्शन नहीं कराते। मामा कृपाल चंद जी गए अंदर, माता गुजरी नूं अर्ज करी, कहन लगे फकीर है कोई। वो इस तरह ये भावना नाल नहीं आया है, वो शुद्ध भावना नाल आया है। माता गुजरी जी कहन लगे तैयारी करो, स्टेज ला दो। बाहरले पासे स्टेज लग गई, रागी सिंह कीर्तन कर लग पे। माता गुजरी जी छोटे छोटे वस्त्रां दे विच लपेट के बाल गोबिंद राय महाराज जी नूं लैके जदों बाहर आए, फकीर ने दो कुजियां अड्डो अड्डी हर इतिहास की रह। चलो आप सारे नाल ही सहमति हैं, आप किसी की गल नूं कंटक नहीं करते। एक इतिहास ने लिखा एक च दुध पाया, एक च पानी पाया। एक इतिहास लिखता दोनों विच मठियाई पा दी। बाल गोबिंद राय महाराज जी दे अगे दोनों कुजियां कर दित्तियां। छोटे छोटे हथ कड्डे विचों उन्हां वस्त्रां दे विचों सोहणे दसालियां विचों एक इतिहास लिखता उत्ते रख दिते, एक ने लिखे हाथ मार दिता, दुध ते पानी इकट्ठा कर दिता। बस फकीर फिर उची देने कूक मारी, तहानू जैसा सतगुर सुनीदा तैसो ही मैं विछड़िया मेले प्रभु हर दरगह का वसीठ। ये सचमुच गुरु नानक दी जोत है। गाई के गारे वजावे निहाल हो जावे, तन 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 श्री गुरु गोबिंद सिंह साहब जी नूं भावे सुन के निहाल हो जावे। सत श्री अकाल। बस फकीर बार विच बैठा है ते तन कहंदा की है जी सारे संसार दा सतगुरु गुरु नानक सांझा। सारे संसार दा सतगुरु गुरु नानक, संसार दा सतगुरु गुरु गोबिंद सांझा। सारे संसार दा सतगुरु गुरु नानक सांझा। संसार दा सतगुरु गुरु गोबिंद सांझा। सारे संसार दा सतगुरु गुरु गोबिंद सांझा। ओ सारे संसार दा जी सतगुरु गुरु गोबिंद सांझा। सारे संसार दा सतगुरु गुरु गोबिंद सांझा। सारे संसार दा सतगुरु गुरु गोबिंद सांझा। सारे संसार दा सतगुरु गुरु गोबिंद सांझा। सतगुरु गुरु गोबिंद सांझा। सारे संसार दा सतगुरु गुरु गोबिंद सांझा। फकीर ने अपनी वस्तु लई ते अपने घर नूं चला गया। आओ समाप्ति दा समा। बाबा जी ने हुक्म कीता सी भी 10:10 की समाप्ति करनी। 10 मिनट हो गए, बस इत्थे समाप्ति करते। बहुत बहुत धन्यवाद तुहाडा सारियां संगतां दा भाई। सब तो वध धन्नवाद बाबा जी का महापुरख संत बाबा हरदीप सिंह जी महाराज जिन्हां ने सारे साधुआं नूं इस तरह एक माला दे विच परो दिता। ये बहुत बड़ा उपराला हुंदा है। खाल तो एक ही बंदा हुंदा, जिमीदार भरा बैठे सारे खाल एक बंदा हुंदा ना, खाल बन को जिहदी जमीन नाल लगदी ओहदी नक्का वढ लैंदा। गला मैनूं भी हुण मौका मिल गया। बोलो सतनाम वाहिगुरू। इस करके खाल बन्ने बाबा जी ने नक्का सानू भी ਉਹ ਤਪਾਦਰਾਜ ਦੇ ਟਿੱਬਿਆਂ ਵਿੱਚ ਵਢਾ ਦਿੱਤਾ। ਕਹਿੰਦੇ ਤੁਸੀਂ ਵੀ ਇੱਥੇ ਟਿੱਬਿਆਂ ਵਿੱਚ ਬੈਠੇ, ਤੁਸੀਂ ਵੀ ਨੱਕਾ ਵੱਢ ਲਓ। ਬਾਬਾ ਕਬਾਲ ਸਿੰਘ ਜੀ ਬਰੇਟਿਆਂ ਵਾਲੇ ਉਹਨਾਂ ਮਹਾਂਪੁਰਖਾਂ ਨੇ, ਬਾਬਾ ਬਲਜੀਤ ਸਿੰਘ ਜੀ ਫੱਕਰ, ਬਾਬਾ ਜੀ ਗੰਢੂਆਂ ਵਾਲੇ, ਉਹ ਜਿਹੜੇ ਨਾ ਬਾਬਾ ਬਲਵਿੰਦਰ ਸਿੰਘ ਜੀ ਛੰਨਾ ਵਾਲੇ, ਉਹ ਵੀ ਹਾਜ਼ਰੀ ਭਰ ਕੇ ਗਏ ਨੇ। ਤੇ ਹੋਰ 2-3 ਮਹਾਂਪੁਰਖਾਂ ਨੇ ਆਉਣਾ, ਹਾਜ਼ਰੀ ਭਰਨੀ ਹੈ। ਲਾਹਾ ਲਓ। ਆਓ ਮੈਂ ਇੱਕ ਧਾਰਨਾ ਜ਼ਰੂਰ ਪੜੂੰਗਾ। ਧੰਨ ਮਾਤਾ ਭੋਲੀ ਕੌਰ ਜੀ ਨੂੰ ਯਾਦ ਕਰਦਿਆਂ ਹੋਇਆਂ ਇਹ ਸਾਡੇ ਮਹਾਂਪੁਰਖਾਂ ਦੀਆਂ 2 ਲਾਈਨਾਂ ਨੇ। ਉਹ ਕਹਿੰਦੇ ਜੀ ਇੱਧਰ ਖੁਸ਼ੀਆਂ ਉਧਰ ਖੁਸ਼ੀਆਂ, ਉਹ ਹਰ ਥਾਂ ਤੇ ਅੱਜ ਖੇੜਾ ਏ ਮਾਂ ਭੋਲੀ ਦਾ। ਭਾਗਾਂ ਭਰਿਆ ਵੇੜਾ ਏ ਮਾਂ ਭੋਲੀ ਦਾ। ਇੱਧਰ ਖੁਸ਼ੀਆਂ ਉਧਰ ਖੁਸ਼ੀਆਂ, ਇੱਧਰ ਖੁਸ਼ੀਆਂ ਉਧਰ ਖੁਸ਼ੀਆਂ, ਹਰ ਥਾਂ ਤੇ ਭੇੜਾ ਏ ਮਾਂ ਭੋਲੀ ਦਾ। ਭਾਗਾਂ ਭਰਿਆ ਭੇੜਾ ਏ ਮਾਂ ਭੋਲੀ ਦਾ। बोलो सारे बोलो भाई, सारियां भैणां सारे भरा बोलो।
भेड़ा है माँ भोली दा। हाजी इधर खुशियाँ उधर खुशियाँ, इधर खुशियाँ उधर खुशियाँ, वो हर थां ते अज खेड़ा है माँ भोली दा। भागा भरिया बेड़ा है माँ भोली दा। उधर खुशियाँ इधर खुशियाँ उधर खुशियाँ, आथा भरिया बेड़ा है माँ भोली दा। आथा भरिया बेड़ा है माँ भोली दा। इधर खुशियाँ उधर खुशियाँ इधर खुशियाँ उधर खुशियाँ, आथा ते अज खेड़ा है माँ भोली दा। आथा भरिया बेड़ा है माँ भोली दा। बहुत बहुत ਧੰਨਵਾਦ ਸਮੁੱਚੀਆਂ ਸੰਗਤਾਂ ਸਮੁੱਚੇ ਪ੍ਰਬੰਧਕਾਂ ਦਾ, ਬਾਬਾ ਜੀ ਦਾ, ਮਹਾਂਪੁਰਖਾਂ ਦਾ ਜਿਨ੍ਹਾਂ ਨੇ ਇੱਥੋਂ ਹੁਕਮ ਕਰਿਆ ਸੀ ਦੱਸਣ ਨੂੰ ਹਾਜ਼ਰੀ ਭਰੀ ਹੈ। ਸਾਰੇ ਗ੍ਰੰਥੀ ਸਾਹਿਬਾਨਾਂ ਦਾ ਜਿਨ੍ਹਾਂ ਨੇ ਪਰਸੋਂ ਤੋਂ ਲੈ ਕੇ ਬਾਣੀ ਦੇ ਨਾਲ ਜੋੜਿਆ, ਹੁਣ ਫਿਰ ਦੁਬਾਰਾ ਜੋੜਨਾ ਹੈ। ਵੱਡੇ ਭਾਗ ਹੈ, ਕੁੰਭ ਲੱਗਿਆ ਹੋਇਆ, ਲਾਹਾ ਲੋ ਏਡਾ ਵੱਡਾ ਕੁੰਭ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ। ਬਹੁਤ ਬਹੁਤ ਧੰਨਵਾਦ। ਲੋਕ ਸੁਖੀ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਦੇ ਦੇ। ਆਓ ਜੋੜਿਓ ਸਾਰੇ ਉਹਨਾਂ ਸਭ ਦੀ ਬਾਣੀ ਵਿੱਚ। ਫਿਰ ਅਰਦਾਸ ਅਗਲਾ ਜੋ ਸਮਾਂ ਉਹ ਬਾਬਾ ਜੀ ਆਪ ਜੀ ਦੇ ਨਾਲ ਸਾਂਝਾ ਕਰਨਗੇ। ਬਹੁਤ ਭੁੱਲਾਂ ਹੋ ਗਈਆਂ ਹੋਣਗੀਆਂ, ਕਈ ਵਾਰੀ ਕਮਲ ਜ਼ਿਆਦਾ ਕਮਲ ਕੁੱਟ ਜਾਂਦੀ ਹੈ, ਤੇ ਜ਼ਰੂਰ ਆਸ ਹੈ ਸਾਨੂੰ ਮਾਫ ਕਰੋਗੇ। ਇਸ ਕਰਕੇ ਅਸੀਂ ਦੋਨੋਂ ਕੰਨ, ਸਾਡੇ ਮਹਾਂਪੁਰਖ ਕਹਿੰਦੇ ਹੁੰਦੇ ਦੋਨੋਂ ਕੰਨ ਫੜ ਕੇ ਨਾ ਮਾਫੀ ਮੰਗ ਕੇ ਆਉਣੀ ਹੈ ਸੰਗਤ ਤੋਂ। ਵੀ ਕਈ ਵਾਰੀ ਕੋਈ ਵਾਧੂ ਘਾਟੂ ਨਿਕਲ ਜਾਂਦਾ ਹੈ, ਆਸ ਹੈ ਜ਼ਰੂਰ ਮਾਫ ਕਰੋਗੇ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ सतगुर प्रसाद जी आनंद पया मेरी माए। सतगुरु मैं पाया पाया सहज सेती महतिया बताया। राग रतन परिवार परिया शब्द गावने आई। अब तो तार गाओ हरि तेरा मन जिन वसाया। नानक नादो सतगुरु मैं पाया। मन मेरा को सदा रहो हर नाल। हर नाल रहो तू मन मेरे, दुख सब विसारना। करो रे तेरा काज सब सुहाना। सबना गला समरथ स्वामी, सो क्यों मनो विसारे। नानक मन मेरे सदा रहो हर नाले। साचे साहिबा क्या नहीं करते रे। करता तेरे सब किछ है जिस दे तो पावे। सदा सिमत सलाह तेरी नाम मन विसार। ओ नाम जिनका मन बसया साजे शब्द कनेरे। नानक सचे साहिब मेरा आधारो साधना में आधार मेरा। जिन भुखा सब गवाइया हर साध सुख माने आई बसिया। जिनी इच्छा सब पुजाइया। सदा कुर्बान किता गुर बेटो बटियाइया। जय नानक सुनो संतो शब्द तरो प्यारो। साਡਾ नाम मेरा आधारो बाजे पंच शब्द कल पाजा। करत पाकै शब्द बाजे कला जत करतारिया। पंच दूत दूत वस कीते नाल कंठ मारिया। और कर्म पाया दुख जिन को से ना मार के लागे। कह नानक कह सुख को आदित कर अनाथ पाए। आनंद सनो बट पागियो सगल मनोरथ पूरे। पार ब्रह्म प्रभ पाया उतरे सागल में दूर। आजी दुख रोग संताप उतरे, सुनी सच्ची वाणी। सत सजन पै सकते सुनते पनीत कहते भगत सतगुर नया भरपूरे। गुर चरण लागे बाजे अनहद सूर।
ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਾਤ ਰਾਤ ਦੇ ਦਾਈ ਦਾਇਆ ਲੈ ਸਗਲ ਜਗਤ ਜਗਿਆਈਆਂ ਬੁਰਾਈਆਂ ਬਾਚਾ ਧਰਮ ਦੂਰ ਆਪੋ ਆਪਣੀ ਕੇ ਨੇੜੇ ਤੇ ਆਜੀ ਜਿਨੀ ਨਾਮ ਤੇ ਆਇਆ ਗਏ ਬਸਕਤ ਕਾਲ ਨਾਨਕ ਤੇ ਮੁਖ ਉਤਰੇ ਇਹਦੀ ਜੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ